नामा के साका कर चवरट नावा चरण तोड़ मुख लाए चरण तोड़ मुख लाए चरण तोड़ मुख लाई गुरु। तेग बहादुर सिमरे तेग बहादुर सिमरिया 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 करना निज आवे ताए सब ताए होए सहाय तेग बहादुर सिमरिया तेग बहादुर सिमरिया श्री हरि कृष्ण ते आइया श्री हरि कृष्ण ते आइया जिस डिठे सब दुख जाए जिस डिठे सब दुख जाए तेग बहादुर सिमरिया तेग बहादुर सिमरिया तेग बहादुर सिमरिया। पौड़ बेटियों वड्डा पार तेरा मर्तबा रंग बरंग लेकर जपन करतबा जियां तो जियो सब जान ला सब तेरा बस तेरा कर ला तेरे कर नंद बधाई तुझ कर माल मता तेज अपना आप जा सर्व कला पर पूर दी सहजत कथा नाम दास दास तो दे आ गए बिनवता बिनवता बिनवता। बड़ी वड्डा वड्डा पार तेरा मर्तबा रंग प्रंग अनेक न जापन करतबा जिया अंदर जियो सब कुछ जान ला सब कुछ तेरे बस तेरा कर पला तेरे कर आनंद विदाई तुद कर मान महता तेज अपना आप जर सर्व कला भरपूर दिसै जत कथा नानक दासन दास तुद आगे बिनवता। श्लोक पवन गुरु पानी पिता माता धरत मात दिवस रात दोए दाए दाया खेलै सगल जगत चंगियां बुरियां वाचे धर्म दूर करमी आपो अपनी के नेड़े के दूर जिनी नाम ते आया गए मशक्कत काल नानक ते मुके उजले कीती छुट्टी नानक ते मुले कीती छुट्टी नालो। वाहिगुरु जी का खालसा वाहिगुरु जी की फतेह।
ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਨਿਕੰਦ, ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ, ਹਰ ਗੋਬਿੰਦ ਸ਼ੁਭ ਮਤ, ਸ਼੍ਰੀ ਹਰਿ ਰਾਏ ਨਮੋ ਕਰ, ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਕਰੋ ਤਹਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦਾ ਬਾਰ ਬਾਰ ਜਗਦੀਸਾ, ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼੍ਰੀ ਅੰਗਦ ਬਾਲਾ ਕਹੇ, ਸੁਨੋ ਬੌਰ ਇਤਿਹਾਸ। ਅਸ ਬਿਦ ਕਾਲ ਬਿਤਾਵਈ, ਜੋ ਦਾਤਾ ਸੁਖ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਬੜਾਈ। ਜੋ ਤੂੰ ਦੇਹੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਪਾਕ ਪਰਵਰਦਗਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਮਿਹਰਬਾਨ ਜਗਤ ਸਾਈਂ ਅਨਾਥ ਨਾਥ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸਾਹਿਬ ਨੌਵੇਂ ਗੁਰਦੇਵ, ਤਿਲਕ ਤੇ ਜੰਜੂ ਦੇ ਰਾਖੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਦਇਆਨੰਦ ਸਵਾਮੀ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਵਿੱਤਰ ਦਰਬਾਰ ਅੰਦਰ ਜੁੜ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਗੁਰਦੇਵ ਦੀ ਧੁਰ ਕੀ ਬਾਣੀ, ਅਕਾਲੀ ਬਾਣੀ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ, ਸਤਿਕਾਰ, ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਥਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਦੀ ਕਥਾ ਪੜ੍ਹਨ ਤੇ ਸੁਣਨ ਦਾ ਸੁਭਾਗ ਸਾਨੂੰ ਪ੍ਰਾਪਤ ਹੋ ਰਿਹਾ ਹੈ। ਇਹ ਵਿਰਲਿਆਂ ਦੇ ਹਿੱਸੇ ਆਉਂਦਾ ਹੈ ਕਿ ਆਪਣਿਆਂ ਵੱਡਿਆਂ ਦੀ, ਆਪਣੇ ਬਜ਼ੁਰਗਾਂ ਦੀ ਕਥਾ ਕਹਾਣੀ ਕਹਿਣੀ ਤੇ ਸੁਣਨੀ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਪੁੱਤਰਾਂ ਚੋਂ ਜਿਹੜੇ ਸ੍ਰੇਸ਼ਟ ਪੁੱਤਰ ਹੁੰਦੇ ਆ ਨਾ, ਚੰਗੇ ਲਾਇਕ ਪੁੱਤਰ, ਉਹ ਆਪਣੇ ਬਜ਼ੁਰਗਾਂ ਦੀਆਂ, ਆਪਣੇ ਵਡੇਰਿਆਂ ਦੀਆਂ ਕਥਾ ਕਹਾਣੀਆਂ ਕਹਿੰਦੇ ਤੇ ਸੁਣਦੇ ਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਬੇਬੇ ਨਾਨਕੀ ਦੇ ਘਰ ਆਏ ਨੇ। ਬੇਬੇ ਨਾਨਕੀ ਨੇ ਬੇਨਤੀ ਕੀਤੀ ਹੈ, ਗਰੀਬ ਨਵਾਜ, ਤੁਸੀਂ ਮੇਰੀਆਂ ਕਾਮਨਾਵਾਂ ਦੀ ਪੂਰਤੀ ਕਰਦੇ ਹੋ, ਕਿਰਪਾ ਕਰੋ ਸੁਲੱਖਣੀ ਨੂੰ ਦਰਸ਼ਨ ਦਿਆ ਕਰੋ, ਉਹਦੇ ਤੇ ਦਇਆ ਦ੍ਰਿਸ਼ਟੀ ਕਰਕੇ ਤੱਕਿਆ ਕਰੋ। ਮੇਰੀ ਕਾਂਖਾ ਹੈ ਕਿ ਮੈਂ ਤੁਹਾਡੇ ਸਾਹਿਬਜ਼ਾਦੇ ਨੂੰ ਖਿਡਾਵਾਂ। ਸਤਿਗੁਰਾਂ ਬਚਨ ਕੀਤਾ, ਬੇਬੇ ਜੀ ਤੁਹਾਡੀ ਇਹ ਕਾਮਨਾ ਕਰਤਾਰ ਪੂਰੀ ਕਰੇਗਾ, ਕਿਉਂਕਿ ਤੁਸੀਂ ਕਰਤਾਰ ਦੇ ਭਗਤ ਹੋ ਤੇ ਕਰਤਾਰ ਆਪਣੇ ਭਗਤਾਂ ਦੇ ਵਸ ਹੋ ਕੇ ਆਪਣੇ ਭਗਤਾਂ ਦੀਆਂ ਕਾਮਨਾਵਾਂ ਪੂਰਨ ਕਰਦਾ ਹੈ। ਤੁਹਾਡੀ ਇਹ ਕਾਮਨਾ ਤਾਂ ਕਰਤਾਰ ਪੂਰੀ ਕਰੇਗਾ। ਇਹ ਕਹਿ ਕੇ ਸਤਿਗੁਰੂ ਜੀ ਉੱਥੋਂ ਉੱਠੇ ਨੇ, ਆਪਣੇ ਨਿਜ ਮਹਿਲਾਂ ਵਿੱਚ ਆਏ ਨੇ। ਬੇਬੇ ਨਾਨਕੀ ਜੀ ਬੜੇ ਖੁਸ਼ ਨੇ, ਪ੍ਰਸੰਨ ਨੇ ਜਾਣ ਕੇ ਕਿ ਸਤਿਗੁਰੂ ਜੀ ਨੇ ਮੈਨੂੰ ਬਖਸ਼ਿਸ਼ ਕਰਕੇ ਬਚਨ ਕਰ ਦਿੱਤਾ ਹੈ ਤੇ ਇਹ ਬਚਨ ਜ਼ਰੂਰ ਪੂਰਾ ਹੋਵੇਗਾ। ਅੱਜ ਤਾਈਂ ਉਹਨਾਂ ਨੇ ਜਿੰਨੇ ਬਚਨ ਕਹੇ ਨੇ ਪੂਰਨ ਹੋਏ ਨੇ, ਇਹ ਵੀ ਪੂਰਾ ਹੋਵੇਗਾ। ਆਓ ਮਨ ਔਰ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਦਰ ਘਰ ਦੀ ਅੰਮ੍ਰਿਤ ਕਥਾ ਸਰਵਣ ਕਰੀਏ। ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਫਰਜ਼ੰਦ, ਤਪੱਸਿਆ ਦੀ, ਵਿਰਕਤਤਾ ਦੀ, ਤਿਆਗ ਦੀ ਔਰ ਜਤ ਦੀ ਮੂਰਤ ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਤਿਨਾਂ ਦੇ ਜਨਮ ਦੀ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਅੰਗਦ ਬਾਲਾ ਕਹੇ, ਸੁਨੋ ਬੌਰ ਇਤਿਹਾਸ। ਇਹ ਕਥਾ ਭਾਈ ਬਾਲਾ ਜੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਸੁਣਾ ਰਹੇ ਨੇ। ਕਹਿੰਦੇ, ਹੇ ਬਾਬਾ ਫੇਰੂ ਨੰਦਨ, ਤ੍ਰੇਹਣ ਕੁਲ ਸਿਰਮੌਰ ਜਗਤ ਗੁਰੂ, ਸੁਣੋ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਕਥਾ, ਕਲਿਆਣਕਾਰੀ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਸਰਵਣ ਕਰੋ। ਅਸਬਿਦ ਕਾਲ ਬਿਤਾਵਈ, ਜੋ ਦਾਤਾ ਸੁਖ ਰਾਸ। ਇਸ ਪ੍ਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਮਾਂ ਬਤੀਤ ਕਰਦੇ ਨੇ, ਜੋ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤੇ ਨੇ। ਜਿਤਨੇ ਸੰਸਾਰ ਦੇ ਜੀ ਨੇ, ਸਭ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ ਦਾਨ ਪ੍ਰਾਪਤ ਕਰਦੇ ਹਨ। ਸੋਰਠਾ ਆਇਸ ਮੈਂ ਦਿਨ ਰੈਨ,
ਰਹਿਤ ਸੁਲਖਣੀ ਪੁਨ ਸੁਮਤ। ਮਾਤਾ ਸੁਲੱਖਣੀ ਜੀ ਜੋ ਬੜੀ ਸ੍ਰੇਸ਼ਟ ਮਤ ਦੇ ਧਾਰਨੀ ਨੇ, ਰਾਤ ਦਿਨ ਆਪਣੇ ਪਤੀ ਦੇਵ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ 'ਚ ਰਹਿੰਦੇ ਆ। ਕਿਉਂਕਿ ਮਾਤਾ ਚੰਦੋ ਰਾਣੀ ਜਾਂਦਿਆਂ ਕਹਿ ਕੇ ਗਈ ਹੈ, ਬੇਬੇ ਨਾਨਕੀ ਜੀ ਨੇ ਕਿਹਾ ਹੈ, ਤੋ ਮਾਤਾ ਸੁਲੱਖਣੀ ਜੀ ਜੋ ਬੜੀ ਵੱਡੀ ਸ਼ਕਤੀ ਹਨ, ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਵਿੱਚ, ਸਤਿਗੁਰਾਂ ਦੇ ਹੁਕਮ ਦੇ ਵਿੱਚ ਦਿਨ ਰਾਤ ਵਰਤਦੇ ਹਨ। ਜਿਉ ਉਚਰਤ ਮੁਖ ਬੈਨ ਤਿਉ ਸਭ ਕ੍ਰਿਤ ਕਮਾਵਈ। ਜੋ ਬਚਨ ਸਤਿਗੁਰੂ ਜੀ ਆਪਣੇ ਮੁਖੋਂ ਕਰਦੇ ਨੇ, ਮਾਤਾ ਸੁਲੱਖਣੀ ਜੀ ਝੱਟ ਉਸ ਬਚਨ ਦੀ ਪਾਲਣਾ ਕਰਦੇ ਆ। ਮਹਾਰਾਜ ਜੀ ਜੋ ਕੁਝ ਕਰਨ ਨੂੰ ਕਹਿੰਦੇ ਹਨ, ਮਾਤਾ ਸੁਲੱਖਣੀ ਜੀ ਉਹਾ ਕੁਝ ਕਰਦੇ ਹਨ। ਦੋਹਰਾ ਕਮਲ ਬਦਨ ਜਬ ਸਦਨ ਮੈਂ ਬੈਸੇ ਆਨ ਮੁਕੰਦ। ਕਮਲ ਬਦਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿਨ ਸਮੇਂ ਮੋਦੀ ਖਾਨੇ 'ਚ ਰਹਿੰਦੇ ਐ। ਸ਼ਾਮ ਦੇ ਵੇਲੇ ਜਿਸ ਵਕਤ ਸਤਿਗੁਰੂ ਜੀ ਘਰ ਆ ਕੇ ਬੈਠਦੇ ਹਨ, ਦਾਸੀ ਕਰਤੇ ਬਿਜਨ ਲੈ ਪੌਨ ਚੁਲਾਵੇ ਮੰਦ। ਗਰਮੀਆਂ ਦੇ ਦਿਨ ਸਨ, ਘਰ ਵਿੱਚ ਦਾਸੀਆਂ ਦਾਸ ਮਹਾਰਾਜ ਜੀ ਦੇ ਰਹਿੰਦੇ ਐ। ਇੱਕ ਦਾਸੀ ਸਤਿਗੁਰਾਂ ਨੂੰ ਪੱਖਾ ਝੱਲਦੀ ਹੈ। ਮਾਤਾ ਸੁਲੱਖਣੀ ਜੀ ਉਸ ਦਾਸੀ ਦੇ ਹੱਥੋਂ ਪੱਖਾ ਲੈ ਕੇ ਆਪ ਆਪਣੇ ਹੱਥੀਂ ਸਤਿਗੁਰੂ ਜੀ ਨੂੰ ਪੱਖਾ ਝੱਲਣ ਦੀ ਸੇਵਾ ਕਰਦੇ ਹਨ। ਸੀਤਲ ਜਲ ਨਿਜ ਹਾਥ ਲੈ ਪਾਦ ਪਖਾਰ ਸਪ੍ਰੀਤ। ਠੰਡਾ ਜਲ ਲੈ ਕੇ ਆਪ ਆਪਣੇ ਹੱਥੀਂ ਬੜੇ ਪ੍ਰੇਮ ਨਾਲ ਮਾਤਾ ਸੁਲੱਖਣੀ ਜੀ ਸਤਿਗੁਰਾਂ ਦੇ ਚਰਨ ਧੋਂਦੇ ਹਨ ਔਰ ਕੱਪੜੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਪੂੰਝਦੇ ਹਨ। ਪੁਨ ਅੰਚਰ ਸੋਂ ਪਹੁੰਚ ਕੇ ਸੇਵਤ ਯਾ ਬਿਦਨੀਤ। ਚਰਨਾਂ ਨੂੰ ਜਲ ਨਾਲ ਧੋ ਕੇ ਕੱਪੜੇ ਨਾਲ ਸਾਫ਼ ਕਰਕੇ ਫਿਰ ਉਹਨਾਂ ਚਰਨਾਂ ਤੇ ਸੀਸ ਰੱਖਦੇ ਆ ਮਾਤਾ ਸੁਲੱਖਣੀ ਜੀ, ਔਰ ਬੜੇ ਗਹੁ ਨਾਲ ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਦੇ ਹਨ। ਸਦਨ ਵਿਖੇ ਸੇਵਾ ਸਰਬ ਦਾਸੀ ਦਾਸ ਹਟਾਏ। ਘਰ ਦੇ ਵਿੱਚ ਜਿਹੜੀਆਂ ਦਾਸੀਆਂ ਜਾਂ ਦਾਸ ਕੰਮ ਕਰਦੇ ਸੀ ਨਾ, ਮਾਤਾ ਜੀ ਨੇ ਸਾਰਿਆਂ ਨੂੰ ਵਰਜ ਦਿੱਤਾ। ਆਟਾ ਆਪ ਪੀਸਣਾ, ਬਰਤਨ ਆਪ ਮਾਂਜਦੇ ਐ, ਪ੍ਰਸ਼ਾਦਾ ਆਪ ਤਿਆਰ ਕਰਦੇ ਐ। ਯਾਨੀ ਕਿ ਘਰ ਦੇ ਵਿੱਚ ਜਿਤਨੇ ਵੀ ਕੰਮ ਹੁੰਦੇ ਨੇ ਉਹਦੇ ਲਈ ਦਾਸੀਆਂ ਦਾਸ ਘਰ ਵਿੱਚ ਸੀਗੇ ਪਹਿਲਾਂ, ਪਰ ਮਾਤਾ ਜੀ ਨੇ ਸਾਰਿਆਂ ਨੂੰ ਵਰਜ ਦਿੱਤਾ ਹੈ ਕਿ ਇਹ ਸਾਰੀ ਸੇਵਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਮੈਂ ਖੁਦ ਆਪ ਆਪਣੇ ਹੱਥੀਂ ਕਰਨੀ ਹੈ। ਕਰਤ ਸੁਲੱਖਣੀ ਪਾਉ ਤਰ ਮਨ ਕੋ ਮਾਨ ਮਿਟਾਏ। ਆਪਣੇ ਮਨ ਦਾ ਮਾਣ ਮਿਟਾ ਕੇ, ਇਹ ਨਹੀਂ ਕਿ ਮੈਂ ਸਤਿਗੁਰਾਂ ਦੀ ਧਰਮ ਸੁਪਤਨੀ ਆ, ਆਪਣੇ ਮਨ ਵਿੱਚ ਸਤਿਗੁਰਾਂ ਦਾ ਦਾਸੀ ਭਾਵ ਧਾਰਨ ਕਰਕੇ ਕਿ ਮੈਂ ਗੁਰਦੇਵ ਦੀ ਦਾਸੀ ਆ। ਵਿਨਿਮਰਤਾ ਨਾਲ ਮਾਤਾ ਸੁਲੱਖਣੀ ਜੀ ਘਰ ਦੀ ਸਾਰੀ ਸੇਵਾ ਕਰਦੇ, ਘਰ ਦੇ ਕੰਮ ਕਰਦੇ। ਆਪਣੇ ਹੱਥੀਂ ਆਟਾ ਪੀਸਣਾ, ਚੱਕੀ ਚਲਾਉਣੀ, ਆਪਣੇ ਹੱਥੀਂ ਆਟਾ ਗੁੰਨਣਾ, ਚੁੱਲ੍ਹਾ ਤਪਾਉਣਾ, ਭਾਂਡੇ ਧੋਣੇ, ਘਰ ਵਿੱਚ ਝਾੜੂ ਫੇਰਨਾ, ਲੀਪਾ ਪੋਚੀ ਦੇ ਜਿਤਨੇ ਵੀ ਕੰਮ ਸਨ ਘਰ ਦੇ, ਮਹਾਰਾਜ ਜੀ ਦੇ ਬਸਤਰ ਤੱਕ ਧੋਣ ਦੀ ਸੇਵਾ, ਜਲ ਢੋਣ ਦੀ ਸੇਵਾ, ਉਹ ਮਾਤਾ ਸੁਲੱਖਣੀ ਜੀ ਬੜੇ ਹੀ ਪ੍ਰੇਮ ਨਾਲ ਆਪਣੇ ਹਿਰਦੇ ਦਾ ਮਾਣ ਤਿਆਗ ਕੇ ਸੇਵਾ ਕਰਦੇ ਹਨ। ਤੋਟਕ ਛੰਦ ਕਰ ਜਾਚਨ ਜਾਚ ਕੇ ਆਵਤੇ। ਮਾਤਾ ਸੁਲੱਖਣੀ ਜੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਂਗੂ ਦਾਨ ਕਰਨ ਲੱਗੇ। ਕੁਝ ਦਿਨ ਪਹਿਲਾਂ ਜਿਹੜੇ ਮਾਤਾ ਜੀ ਕਹਿੰਦੇ ਸੀ ਵੀ ਇਹ ਸਭ ਕੁਝ ਦਾਨ ਕਰੀ ਜਾਂਦੇ ਆ, ਉਹੀ ਮਾਤਾ ਜੀ ਹੁਣ ਆਪ ਖੁਦ ਘਰ ਦੇ ਵਿੱਚ ਦਾਨ ਕਰਨ ਲੱਗ ਪਏ ਆ। ਘਰ ਵੀ ਦਾਨ ਮੰਗਣ ਬਹੁਤ ਸਾਰੇ ਮੰਗਤੇ ਆਉਂਦੇ ਆ। ਜਦੋਂ ਜਾਚਕ ਤੇ ਮੰਗਤੇ ਆ ਕੇ ਦਾਨ ਮੰਗਦੇ ਹਨ, ਉਰ ਚਾਹਿਤ ਸੋ ਤੈ ਪਾਵਤੇ। ਮਾਤਾ ਸੁਲੱਖਣੀ ਜੀ ਆਪਣੇ ਹੱਥਾਂ ਨਾਲ ਉਹਨਾਂ ਨੂੰ ਦਾਨ ਕਰਦੇ। ਉਹ ਜੋ ਚਾਹੁੰਦੇ ਨੇ
ਮੂੰਹ ਮੰਗਿਆ ਦਾਨ ਉਹਨਾਂ ਨੂੰ ਮਾਤਾ ਸੁਲੱਖਣੀ ਜੀ ਕੋਲੋਂ ਪ੍ਰਾਪਤ ਹੁੰਦਾ ਹੈ। ਨੈ ਜਾਵਤ ਛੂਛ ਮੁਰਿਓ ਕਰਤੇ। ਜਿਹੜਾ ਵੀ ਆ ਕੇ ਮਾਤਾ ਸੁਲੱਖਣੀ ਜੀ ਦੇ ਕੋਲੋਂ ਘਰ ਆ ਕੇ ਦਾਨ ਮੰਗਦਾ ਹੈ, ਉਹ ਖਾਲੀ ਨਹੀਂ ਪਰਤਦਾ, ਖਾਲੀ ਨਹੀਂ ਜਾਂਦਾ। ਉਧਰ ਮੋਦੀ ਖਾਨੇ 'ਚ ਸਤਿਗੁਰੂ ਜੀ ਸਾਰਾ ਦਿਨ ਦਾਨ ਕਰਦੇ ਐ, ਇਧਰ ਘਰ ਵਿੱਚ ਮਾਤਾ ਸੁਲੱਖਣੀ ਜੀ ਨੇ ਦਾਨ ਦੀ ਨਹਿਰ ਵਹਾ ਦਿੱਤੀ ਹੈ। ਜਿਹੜਾ ਵੀ ਆ ਕੇ ਮੰਗਦਾ ਉਹ ਖਾਲੀ ਨਹੀਂ ਜਾਂਦਾ। ਹਰ ਖਾਤ ਉਧਾਰਤ ਦੈ ਕਰਤੇ। ਬੜੀ ਖੁਸ਼ੀ ਨਾਲ, ਬੜੇ ਆਨੰਦ ਵਿੱਚ ਮਾਤਾ ਸੁਲੱਖਣੀ ਜੀ ਆਪਣੇ ਹੱਥੀਂ ਦਾਨ ਕਰਦੇ ਹਨ। ਜਿਵ ਸ਼੍ਰੀ ਗੁਰ ਆਪਨ ਦੇਤ ਤਹਾਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮੋਦੀ ਖਾਨੇ 'ਚ ਦਾਨ ਕਰਦੇ ਨੇ, ਤਿਵ ਦੇਨ ਲਗੀ ਸੁਖ ਹੋਤ ਮਹਾ। ਤਿਵੇਂ ਮਾਤਾ ਸੁਲੱਖਣੀ ਜੀ ਘਰ ਵਿੱਚ ਦਾਨ ਕਰਨ ਲੱਗੇ ਆ। ਉਸੇ ਤਰ੍ਹਾਂ ਤੇ ਜਦੋਂ ਦਾਨ ਕਰਦੇ ਨੇ, ਮਾਤਾ ਜੀ ਦੇ ਮਨ ਨੂੰ ਸਕੂਨ ਮਿਲਦਾ ਹੈ, ਮਾਤਾ ਜੀ ਦੇ ਹਿਰਦੇ ਨੂੰ ਸੁਖ ਪ੍ਰਾਪਤ ਹੁੰਦਾ ਹੈ। ਹਰ ਕੈ ਜਿਸ ਰੀਤ ਕਰੇ ਪੁੰਨ ਸੋ। ਮਾਤਾ ਜੀ ਉਹ ਕੰਮ ਕਰਦੇ ਨੇ ਜਿਸ ਕੰਮ ਦੇ ਕੀਤਿਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੇਰੇ ਤੇ ਖੁਸ਼ ਹੋ ਜਾਣ। ਉਹ ਸੇਵਾ ਕਰਦੇ ਨੇ, ਉਹ ਕੰਮ ਕਰਦੇ ਨੇ ਜਿਸ ਕੰਮ ਦੇ ਕੀਤਿਆਂ ਸਤਿਗੁਰਾਂ ਦੀ ਖੁਸ਼ੀ ਮਿਲੇ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਪ੍ਰਸੰਨਤਾ ਪ੍ਰਾਪਤ ਹੋਵੇ। ਅਨੁਸਾਰ ਰਹੇ ਤਨ ਉਹ ਮਨ ਸੋ। ਤਨ ਕਰਕੇ ਔਰ ਮਨ ਕਰਕੇ ਮਾਤਾ ਜੀ ਸਤਿਗੁਰਾਂ ਦੇ ਅਨੁਸਾਰ ਹੀ ਰਹਿੰਦੇ ਆ, ਸਤਿਗੁਰਾਂ ਦੇ ਅਧੀਨ ਹੋ ਕੇ ਵਰਤਦੇ ਹਨ। ਦੋਹਰਾ ਆਰੁਨ ਤਾ ਟਿਗ ਸੁਧ ਫਟਕ ਜਿਉ ਆਰੁਨ ਹੋਏ ਜਾਤ। ਖਾਲਸਾ ਜੀ, ਜਿਵੇਂ ਇੱਕ ਸਫਟਕ ਦਾ ਸ਼ੀਸ਼ਾ ਹੁੰਦਾ ਨਾ, ਮਣੀ ਸਫਟਕ ਦੀ ਬਿਲੌਰ ਦੀ ਬਣੀ ਚਿੱਟੇ ਰੰਗ ਦੀ ਹੁੰਦੀ ਹੈ, ਉਹਨੂੰ ਤੁਸੀਂ ਲਾਲ ਰੰਗ ਤੇ ਰੱਖੋ ਤੇ ਉਹ ਲਾਲ ਹੀ ਹੋ ਜਾਂਦੀ ਹੈ। ਜਿਹੜੇ ਰੰਗ ਤੇ ਰੱਖੋ ਉਹੋ ਜਿਹਾ ਰੰਗ ਉਹਦਾ ਬਣ ਜਾਂਦਾ ਹੈ। ਸਫਟਕ ਦੀ ਉਹਨੂੰ ਮਣੀ ਕਹਿੰਦੇ ਆ। ਕਹਿੰਦੇ ਜਿਵੇਂ ਸਫਟਕ ਦੀ ਮਣੀ ਨੂੰ ਤੁਸੀਂ ਆਰੁਨਤਾ ਕਹਿੰਦੇ ਨੇ, ਲਾਲ ਨੂੰ ਲਾਲ ਰੰਗ ਤੇ ਰੱਖ ਦਿਓ ਤਾਂ ਉਹ ਲਾਲ ਹੋ ਜਾਂਦੀ ਹੈ। ਤਿਉ ਸ਼੍ਰੀ ਗੁਰ ਪ੍ਰਤਾਪ ਤੇ ਭਾਈ ਅਧਿਕ ਵਰਦਾਤ। ਕਹਿੰਦੇ ਤਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ, ਸਤਿਗੁਰਾਂ ਦੀ ਸੰਗਤ ਕਰਕੇ ਮਾਤਾ ਸੁਲੱਖਣੀ ਜੀ ਵੀ ਉਸੇ ਤਰ੍ਹਾਂ ਦਾਨ ਦੇਣ ਵਾਲੇ ਹੋ ਗਏ ਨੇ ਜਿਵੇਂ ਸਤਿਗੁਰੂ ਜੀ ਦਾਨ ਦਿੰਦੇ ਆ। ਸਤਿਗੁਰਾਂ ਦੀ ਸੰਗਤ ਕਰਕੇ ਮਾਤਾ ਸੁਲੱਖਣੀ ਜੀ ਵੀ ਸਤਿਗੁਰੂ ਵਰਗੇ ਹੀ ਹੋਈ ਜਾਂਦੇ ਆ। ਕੁਝ ਦਿਨ ਪਹਿਲਾਂ ਜਿਹੜੀ ਮਾਤਾ ਨੂੰ ਆਪੱਤੀ ਸੀ ਵੀ ਇਹ ਦਾਨ ਕਰਦੇ ਆ ਸਾਰਾ ਦਿਨ, ਮਹਾਰਾਜ ਜੀ ਦੀ ਸੰਗਤ ਕਰਦਿਆਂ ਮਾਤਾ ਸੁਲੱਖਣੀ ਜੀ ਵੀ ਸਤਿਗੁਰਾਂ ਦੀ ਸੰਗਤ ਦੀ ਰੰਗਤ ਦੇ ਰੰਗ ਵਿੱਚ ਰੰਗੇ ਗਏ ਨੇ। ਸ਼੍ਰੀ ਨਾਨਕ ਪ੍ਰਸੀਦ ਹੋਏ ਕਰੁਣਾ ਕਰਤੇ ਅਪਾਰ। ਸੁਲੱਖਣੀ ਦੇ ਮਨ ਦੀ ਇਹ ਭਾਵਨਾ ਵੇਖ ਕੇ, ਉਹਨਾਂ ਦਾ ਪ੍ਰੇਮ ਵੇਖ ਕੇ, ਉਹਨਾਂ ਦੀ ਸੇਵਾ ਵੇਖ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਤੇ ਪ੍ਰਸੰਨ ਹੁੰਦੇ ਆ। ਮਾਤਾ ਸੁਲੱਖਣੀ ਜੀ ਤੇ ਦਇਆ ਦੇ ਘਰ ਵਿੱਚ ਆ ਕੇ ਪ੍ਰਸੰਨ ਹੁੰਦੇ, ਕਿਰਪਾ ਕਰਦੇ ਹਨ। ਰਜਨੀ ਰਾਜੇ ਪੌਨ ਮੈਂ ਬਾਸੁਰ ਆਪਨ ਟਾਰੇ। ਪਹਿਲਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਰਾਤ ਦਿਨ ਦੁਕਾਨ ਤੇ ਹੀ ਰਹਿੰਦੇ ਸੀ। ਹੁਣ ਗੁਰਦੇਵ ਜੀ ਦਿਨ ਦੇ ਸਮੇਂ ਦੁਕਾਨ ਵਿੱਚ ਰਹਿੰਦੇ ਆ, ਰਾਤ ਦੇ ਸਮੇਂ ਆਪਣੇ ਮਹਿਲਾਂ ਵਿੱਚ ਆਣ ਕੇ ਬਿਰਾਜਦੇ ਹਨ। ਸਮਾ ਬਤੀਤੇ ਉਕਿਤਕ ਜਬ ਸਾਧ ਵਿਪਤੀ ਸੰਜੋਗ। ਇਸੇ ਤਰ੍ਹਾਂ ਕੁਝ ਸਮਾਂ ਮਾਤਾ ਸੁਲੱਖਣੀ ਜੀ ਨੂੰ ਬਤੀਤ ਹੋਇਆ ਸੇਵਾ ਕਰਦਿਆਂ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੰਜੋਗ ਨਾਲ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਨਾਲ ਗਰਭ ਤਰਨ ਨੀਕੋ ਬਹੁਰ ਹਰ ਕੀ ਉਰ ਹਰ ਸੋਗ। ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੇ ਨਾਲ ਮਾਤਾ ਸੁਲੱਖਣੀ ਜੀ ਨੇ ਗਰਭ ਧਾਰਨ ਕੀਤਾ ਹੈ ਔਰ ਬਾਲਕ ਦਾ ਜਨਮ ਹੋਣ ਵਾਲਾ ਹੋਇਆ ਹੈ। ਸਵਈਆ ਤੈ ਕਾਲ ਮਿਸਾਲ ਬਤੀਸ ਕੀ ਬੈਸ। ਕਹਿੰਦੇ ਇਸ ਵਕਤ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੀਰ ਦੀ ਆਯੂ ਤਕਰੀਬਨ 32 ਸਾਲ ਦੀ ਹੈ। 18 ਸਾਲ ਦੀ ਉਮਰ ਵਿੱਚ ਸਾਹਿਬ ਦੀ ਸ਼ਾਦੀ ਹੋਈ ਸੀ। ਇਸ ਵਕਤ ਜਦੋਂ ਪਹਿਲੇ ਬਾਲਕ ਦਾ ਜਨਮ ਹੋਣਾ, ਹਾਲੇ ਸਤਿਗੁਰਾਂ ਦੇ ਗ੍ਰਹਿ ਵਿਖੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ,
ਉਸ ਵਕਤ ਸਤਿਗੁਰਾਂ ਦੇ ਸਰੀਰ ਦੀ ਜਿਹੜੀ ਆਯੂ ਹੈ ਉਹ ਤਕਰੀਬਨ 32 ਸਾਲ ਦੀ ਸੀ। ਸਰੀਰ ਤਰੇ ਬਿਤਏ ਸੁਖ ਰਾਸਾ। 32 ਸਾਲ ਦਾ ਸਮਾਂ ਬੀਤ ਗਿਆ ਹੈ ਸਤਿਗੁਰਾਂ ਨੂੰ ਸਰੀਰ ਧਾਰਨ ਕੀਤੇ ਹੋਇਆ। ਕਈ ਕੋਟ ਨਿਹਾਲ ਕਰੇ ਜਿਨ ਮਾਨਵ। ਐਸੇ ਸਤਿਗੁਰੂ ਜੀ ਜਿਨ੍ਹਾਂ ਨੇ ਕਈ ਕਰੋੜ ਮਾਨਵਾਂ ਨੂੰ, 2 ਜਾਂ 2.5 ਕਰੋੜ ਦੀ ਗੱਲ ਕਰਦੇ ਆ ਲੋਕ, ਪਰ ਮਹਾਕਵੀ ਜੀ ਕਹਿੰਦੇ ਗਿਣਤੀ ਕੋਈ ਨਹੀਂ, ਕਈ ਕਰੋੜ ਬੰਦੇ ਮਾਨਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਹਾਲ ਕੀਤੇ ਹਨ। ਜਾਹੀ ਕੇ ਨਾਮ ਕਟੇ ਜਮ ਫਾਸਾ। ਸਤਿਗੁਰੂ ਜੀ ਤਾਂ ਐਸੇ ਨੇ ਕਿ ਉਹਨਾਂ ਦਾ ਇੱਕ ਵਾਰ ਮਨ ਕਰਕੇ ਰਸਨਾ ਤੋਂ ਨਾਂ ਲੈ ਲਈਏ ਤੇ ਆਖੀਏ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ। ਇਤਨਾ ਕਹਿੰਦਿਆਂ ਹੀ ਜੰਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ। ਨਿਪਜਿਓ ਸ੍ਰੀ ਚੰਦ ਮਹਾ ਸੁਖ ਕੰਦ। ਸਮਾਂ ਆਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੇ ਉਦਰ ਤੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਜਨਮ ਹੋਇਆ ਹੈ। ਸਤਿ ਸ੍ਰੀ ਅਕਾਲ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੋ ਸੁੱਖਾਂ ਦਾ ਮੂਲ ਹਨ। ਆਨੰਦ ਬੜਾ ਪਰਵਾਰ ਹੁਲਾਸਾ। ਬਾਬਾ ਜੀ ਦੇ ਜਨਮ ਦੇ ਹੁੰਦਿਆਂ ਸਾਰ ਘਰ 'ਚ ਆਨੰਦ, ਘਰ ਵਿੱਚ ਖੇੜਾ, ਘਰ ਵਿੱਚ ਹੁਲਾਸ ਤੇ ਵਿਗਾਸ ਪੈਦਾ ਹੋਇਆ ਹੈ। ਸੁਨਤਾ ਚਿਨ ਨਾਨਕੀ ਅੰਗ ਨਮਾਵਤ। ਬੇਬੇ ਨਾਨਕੀ ਜੀ ਨੂੰ ਪਤਾ ਲੱਗਾ ਜਿਹੜੀ ਖੁਸ਼ੀ ਬੇਬੇ ਨਾਨਕੀ ਨੂੰ ਹੋਈ ਹੈ ਉਹ ਖੁਸ਼ੀ ਉਹਨਾਂ ਦੇ ਸਰੀਰ ਦੇ ਅੰਗਾਂ ਵਿੱਚ ਨਹੀਂ ਮੇਵਦੀ। ਪਾਵਤ ਆਮੀ ਅਮੀ ਜਿਵ ਪਾਸਾ। ਕਹਿੰਦੇ ਮਾਨੋ ਜਿਵੇਂ ਕਿਸੇ ਰੋਗੀ ਨੂੰ ਮਰਦੇ ਹੋਏ ਨੂੰ ਮੂੰਹ ਦੇ ਵਿੱਚ ਅੰਮ੍ਰਿਤ ਦੀਆਂ ਬੂੰਦਾਂ ਪੈ ਜਾਣ ਤੇ ਉਹਦਾ ਜੀਵਨ ਉਹਨੂੰ ਪ੍ਰਾਪਤ ਹੋ ਜਾਂਦਾ ਨਾ, ਏਦਾਂ ਬੇਬੇ ਨਾਨਕੀ ਜੀ ਨੂੰ ਮਾਨੋ ਜੀਵਨ ਦਾ ਦਾਨ ਪ੍ਰਾਪਤ ਹੋ ਗਿਆ ਜਦੋਂ ਉਹਨਾਂ ਸੁਣਿਆ ਕਿ ਸਾਹਿਬਜ਼ਾਦੇ ਦਾ ਜਨਮ ਹੋਇਆ। ਬਾਂਧ ਮਨੋਹਰ ਤੋਰਨ ਤੋਰਨ। ਝੱਟ ਬੇਬੇ ਨਾਨਕੀ ਨੇ ਘਰਾਂ ਦੇ ਦਰਾਂ ਮੂਹਰੇ ਧਾਗੇ ਦੇ ਨਾਲ ਲਪੇਟ ਕੇ ਕੁਝ ਦਰਖਤਾਂ ਦੇ ਹਰੇ ਪੱਤੇ ਬੰਨੇ ਹਨ। ਔਰ ਉਛਾ ਸਪੂਰਨ ਕੀਨੇ। ਔਰ ਜਿੰਨੇ ਉਤਸ਼ਾਹ ਨੇ ਉਤਸ਼ਬ ਨੇ ਉਹ ਬੇਬੇ ਨਾਨਕੀ ਨੇ ਕੀਤੇ ਹਨ। ਅੰਗਨ ਬਾਰ ਮੈਂ ਮੰਗਨ ਮੰਗਤ। ਘਰ ਦੇ ਵਿੱਚ ਬਹੁਤ ਸਾਰੇ ਮੰਗਤੇ ਦਾਨ ਮੰਗਣ ਵਾਸਤੇ ਪੁੱਜਦੇ ਨੇ। ਮੰਗਲ ਹੋਤ ਅਮੰਗਲ ਹੀਨੇ। ਘਰ ਵਿੱਚ ਮੰਗਲ ਹੋ ਰਹੇ ਨੇ, ਖੁਸ਼ੀਆਂ ਹੋ ਰਹੀਆਂ ਨੇ, ਔਰ ਜਿਤਨੇ ਆਮੰਗਲ ਦਾ ਮਤਲਬ ਹੁੰਦਾ ਦੁੱਖ, ਉਹ ਸਾਰੇ ਦੁੱਖ ਦੂਰ ਹੋ ਰਹੇ ਨੇ। ਲੈ ਨਿਜ ਪਾਨ ਦਿਓ ਤਨ ਦਾਨ। ਖੁਦ ਬੇਬੇ ਨਾਨਕੀ ਜੀ ਆਪ ਆਪਣੇ ਹੱਥੀਂ ਮਾਇਆ ਲੈ ਕੇ ਦਾਨ ਕਰਦੇ ਹਨ। ਸੋ ਨਾਨਕੀ ਭਾਗ ਵਡੇ ਸ਼ੁਭ ਚੀਨੇ। ਧੰਨ ਬੇਬੇ ਨਾਨਕੀ ਜੀ ਜਿਨ੍ਹਾਂ ਦੇ ਭਾਗ ਬੜੇ ਵੱਡੇ ਨੇ, ਸ਼ੁਭ ਨੇ। ਅੰਗਨਾ ਆਏ ਵਧਾਈ ਸੁਨਾਵਤ। ਘਰ ਵਿੱਚ ਇਸਤਰੀਆਂ ਆ ਕੇ ਬੇਬੇ ਨਾਨਕੀ ਤੇ ਮਾਤਾ ਸੁਲੱਖਣੀ ਨੂੰ ਵਧਾਈ ਦਿੰਦੀਆਂ ਹਨ। ਯਾ ਬਿਦ ਹੋਤੇ ਆਨੰਦ ਨਵੀਨੇ। ਏਦਾਂ ਮਹਿਲਾਂ ਵਿੱਚ ਘਰ ਵਿੱਚ ਸਤਿਗੁਰਾਂ ਦੇ ਗ੍ਰਹਿ ਵਿਖੇ, ਬੇਬੇ ਨਾਨਕੀ ਦੇ ਗ੍ਰਹਿ ਵਿਖੇ ਅਨੇਕ ਪ੍ਰਕਾਰ ਦੇ ਆਨੰਦ, ਨਵੇਂ ਹੀ ਆਨੰਦ ਵਰਤ ਰਹੇ ਨੇ। ਪਾਲਤ ਤਾਤ ਦੁਲਾਰਤ ਮਾਤ। ਮਾਤਾ ਸੁਲੱਖਣੀ ਜੀ ਆਪਣੇ ਲਾਲ ਬਾਬਾ ਸ਼੍ਰੀ ਚੰਦ ਜੀ ਨੂੰ ਪਾਲਦੇ ਨੇ, ਬੜੇ ਪਿਆਰ ਨਾਲ ਦੁਲਾਰ ਕਰਦੇ ਨੇ। ਬਾਬਾ ਸ਼੍ਰੀ ਚੰਦ ਜੀ ਦੇ ਬਾਬਤ ਮਹਾਂਪੁਰਸ਼ ਦੱਸਦੇ ਐ ਕਿ ਉਹਨਾਂ ਦੇ ਜਨਮ ਸਮੇਂ ਹੀ ਉਹਨਾਂ ਦੇ ਸੱਜੇ ਕੰਨ ਦੇ ਵਿੱਚ ਮਾਸ ਦੀ ਮੁਦਰਾ ਬਣੀ ਹੋਈ ਸੀ। ਏਦਾਂ ਜਾਪਦਾ ਸੀ ਮਾਸ ਦੀ ਮੁੰਦਰਾ ਹੀ ਸੀ ਤੇ ਕੰਨ ਦੇ ਵਿੱਚ ਉਹ ਮੁੰਦਰਾ ਉਹਨਾਂ ਦੇ ਜਨਮ ਤੋਂ ਹੀ ਬਣੀ ਹੋਈ ਸੀ, ਮਾਸ ਦੀ ਬਣੀ ਹੋਈ ਸੀ। ਏਦਾਂ ਜਾਪਦਾ ਸੀ ਕੰਨ 'ਚ ਮੁੰਦਰਾ ਪਾਈ ਹੋਈ ਹੈ। ਇਹੋ ਜਿਹੇ ਬਾਲ ਜਤੀ ਮਹਾਂਪੁਰਸ਼ ਸਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਤਪ ਦੀ ਮੂਰਤ ਨੇ। ਕਹਿੰਦੇ ਮਾਤਾ ਸੁਲੱਖਣੀ ਜੀ ਗੋਦ 'ਚ ਲੈ ਕੇ ਆਪਣੇ ਲਾਲ ਨੂੰ ਦੁਲਾਰਦੇ ਨੇ, ਪਾਲਦੇ ਨੇ। ਨਹਾਵਤ ਹਾਥਨ ਸੋ ਮਲ ਬਾਰੀ। ਆਪ ਮਾਤਾ ਸੁਲੱਖਣੀ ਜੀ ਆਪਣੇ ਹੱਥੀਂ
ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਇਸ਼ਨਾਨ ਕਰਾਉਂਦੇ ਆ ਜਲ ਵਰਤਾ ਕੇ। ਆਨਨ ਆਰੁਨ ਜਾਤ ਨਿਹਾਰਤ। ਜਦੋਂ ਆਪਣੇ ਲਾਲ ਆਪਣੇ ਸਾਹਿਬਜ਼ਾਦੇ ਦੇ ਸੋਹਣੇ ਮੁਖ ਮੰਡਲ ਨੂੰ ਵੇਖਦੇ ਐ, ਵੇਖ ਕੇ ਵਾਰੇ ਜਾਂਦੇ ਨੇ, ਬਲਿਹਾਰ ਜਾਂਦੇ ਨੇ, ਵਾਰਨੇ ਜਾਂਦੇ ਨੇ। ਆਰਤ ਹਾਰ ਖੀਰੀ ਮੁਖ ਬਾਰੀ। ਕਹਿੰਦੇ ਦੁੱਖਾਂ ਨੂੰ ਹਰਨ ਵਾਲੀ ਮਾਨੋ, ਇਹ ਸੁੱਖਾਂ ਦੀ ਬਗੀਚੀ ਖਿੜੀ ਆ ਮਾਤਾ ਵਾਸਤੇ। ਨਾਰ ਮਿਅੰਕ ਮੁਖੀ ਚੱਕ ਖੰਜਨ। ਕਹਿੰਦੇ ਬਹੁਤ ਸਾਰੀਆਂ ਚੰਦਰਮੁਖੀ ਇਸਤਰੀਆਂ ਜਿਹੜੀਆਂ ਗੁਆਂਢ ਵਿੱਚ ਰਹਿੰਦੀਆਂ ਹਨ, ਅੰਕ ਲਡਾਵਤ ਜਾਵਤ ਵਾਰੀ। ਉਹ ਵੀ ਆ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਗੋਦ ਵਿੱਚ ਲਾਡ ਲਡਾਉਂਦੀਆਂ, ਖਿਡਾਉਂਦੀਆਂ ਤੇ ਵਾਰੇ ਜਾਂਦੀਆਂ ਨੇ। ਆਸ਼ਿਕ ਦੇ ਮੁਖ ਸੋਂ ਸੁਖ ਪਾਏ। ਔਰ ਆਪਣੇ ਮੁਖੋਂ ਅਸੀਸਾਂ ਦੇਂਦੀਆਂ ਨੇ, ਸੁਖ ਪ੍ਰਾਪਤ ਕਰੇ, ਇਹ ਜੁਗਾਂ ਤਾਈਂ ਜੀਵੇ। ਸੁਖਾਏ ਖਰੀ ਸੁਖ ਸੋ ਮੈਂ ਤਾਰੀ। ਤੇ ਮਾਤਾ ਜੀ ਕੋਲ ਖਲੋ ਕੇ ਬੜੇ ਸੁਖੀ ਹੁੰਦੇ ਐ। ਜਦੋਂ ਇਸਤਰੀਆਂ ਅਸੀਸਾਂ ਦੇਂਦੀਆਂ ਨੇ ਤਾਂ ਮਾਤਾ ਸੁਲੱਖਣੀ ਦੇ ਮਨ ਨੂੰ ਖੁਸ਼ੀ ਹੁੰਦੀ ਐ। ਦੋਹਰਾ ਸਦਨ ਨਾਨਕੀ ਪਿਤਾ ਕੇ, ਸੁਧ ਪਟਈ ਸੁਖ ਸਾਰ। ਬੇਬੇ ਨਾਨਕੀ ਜੀ ਬੜਾ ਲਾਡ ਲਡਾਉਂਦੇ ਹਨ ਸਾਹਿਬ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ। ਬੇਬੇ ਨਾਨਕੀ ਨੇ ਸੋਚਿਆ ਕਿ ਖਬਰ ਭੇਜੀਏ ਨਨਕਾਣਾ ਸਾਹਿਬ ਪਿਤਾ ਜੀ ਹੋਣਾ ਨੂੰ, ਮਾਤਾ ਜੀ ਹੋਣਾ ਨੂੰ। ਉਸੇ ਵੇਲੇ ਸੁਨੇਹਾ ਭੇਜਿਆ, ਖਬਰ ਭੇਜੀ ਨਨਕਾਣਾ ਸਾਹਿਬ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਨੂੰ। ਸੁਨ ਤਰ ਪੋਤਰੇ ਜਨਮ ਕੀ, ਹਰ ਖੇਰ ਦੇ ਅਪਾਰ। ਮਾਤਾ ਪਿਤਾ ਜੀ ਨੇ ਜਦੋਂ ਸੁਣਿਆ ਕਿ ਸਾਡੇ ਗ੍ਰਹਿ ਵਿਖੇ ਪੋਤਰੇ ਦਾ ਜਨਮ ਹੋਇਆ ਹੈ, ਬੜੀ ਖੁਸ਼ੀ ਹੋਈ। ਬੜਾ ਖੇੜਾ ਤੇ ਆਨੰਦ ਘਰ ਦੇ ਵਿੱਚ ਵਰਤਿਆ। ਸਵਈਆ ਕਨ ਕੋਰ ਸ਼ਿਖੀ, ਅਰਬਿੰਦ ਪਿਖੇ ਰਵ। ਕਹਿੰਦੇ ਜਿਵੇਂ ਆਕਾਸ਼ ਵਿੱਚ ਬੱਦਲਾਂ ਦੀ ਗੜਗੜਾਹਟ ਨੂੰ ਸੁਣ ਕੇ ਮੋਰ ਖੁਸ਼ ਹੁੰਦੇ ਐ। ਦੂਜੀ ਉਦਾਹਰਣ ਦਿੰਦੇ ਐ, ਕਹਿੰਦੇ ਜਿਵੇਂ ਸੂਰਜ ਦੇ ਪ੍ਰਕਾਸ਼ ਨੂੰ ਵੇਖ ਕੇ ਕਮਲ ਦੇ ਫੁੱਲ ਖਿੜਦੇ ਹਨ। ਦਾਰਦ ਜਿਉ ਕਰ ਪਾਰਸ ਪਾਏ। ਤੀਜੀ ਉਦਾਹਰਣ ਦਿੰਦੇ ਨੇ, ਕਹਿੰਦੇ ਜਿਵੇਂ ਕੋਈ ਜਨਮ ਤੋਂ ਦਲਿਦਰੀ ਤੇ ਗਰੀਬ ਬੰਦਾ ਹੋਵੇ, ਉਹਨੂੰ ਅਚਾਨਕ ਪਾਰਸ ਦਾ ਪੱਥਰ ਪ੍ਰਾਪਤ ਹੋ ਜਾਵੇ ਤੇ ਜਿੰਨੀ ਖੁਸ਼ੀ ਹੁੰਦੀ ਹੈ। ਬਹੁ ਭੂਖੇ ਕੋ ਭੋਜਨ, ਤੋਏ ਤੇ ਖੰਤ ਕੋ। ਕਹਿੰਦੇ ਭੁੱਖੇ ਨੂੰ, ਜਿਹੜਾ ਕਈ ਦਿਨਾਂ ਦਾ ਭੁੱਖਾ ਹੋਵੇ ਤੇ ਉਹਨੂੰ ਭੋਜਨ ਮਿਲ ਜਾਏ ਤੇ ਉਹਨੂੰ ਖੁਸ਼ੀ ਹੁੰਦੀ ਹੈ। ਜਾਂ ਫਿਰ ਜਿਹੜਾ ਬਹੁਤ ਲੰਮੇ ਸਮੇਂ ਤੋਂ ਪਿਆਸਾ ਹੋਵੇ ਤਾਂ ਉਹਨੂੰ ਪਾਣੀ ਮਿਲ ਜਾਏ ਤੇ ਜਿੰਨੀ ਖੁਸ਼ੀ ਹੁੰਦੀ ਹੈ। ਸਾਧਕ ਸਾਧਨ ਜਿਉ ਫਲ ਪਾਏ। ਤੇ ਜਿਵੇਂ ਕਿਸੇ ਸਾਧਕ ਨੂੰ ਸਾਧਨਾ ਕਰਦੇ ਆ, ਜਿਸ ਲਈ ਉਹ ਸਾਧਨਾ ਕਰ ਰਿਹਾ ਉਹਨੂੰ ਉਹ ਫਲ ਪ੍ਰਾਪਤ ਹੋ ਜਾਏ ਤਾਂ ਉਸ ਸਾਧਕ ਨੂੰ ਖੁਸ਼ੀ ਹੁੰਦੀ ਹੈ। ਰਿਪ ਦੇਸ਼ ਲਏ ਨ੍ਰਿਪ ਚਾਤ੍ਰਿਕ ਸਵਾਤ। ਫਿਰ ਉਦਾਹਰਣ ਦਿੰਦੇ, ਦੁਸ਼ਮਣ ਦੇ ਦੇਸ਼ ਨੂੰ ਜਿੱਤ ਕੇ ਜਿਵੇਂ ਰਾਜਾ ਖੁਸ਼ ਹੁੰਦਾ ਹੈ, ਜਿਵੇਂ ਸਵੰਤੀ ਬੂੰਦ ਨੂੰ ਪ੍ਰਾਪਤ ਕਰਕੇ ਬਬੀਹਾ ਖੁਸ਼ ਹੁੰਦਾ ਹੈ। ਚਕੋਰ ਮਿਅੰਕਤ ਜਿਉ ਲਸਾਏ। ਤੇ ਜਿਵੇਂ ਚੰਦਰਮਾ ਨੂੰ ਵੇਖ ਕੇ ਚਕੋਰਾਂ ਖੁਸ਼ ਹੁੰਦੀਆਂ ਨੇ, ਚਕੋਰਾਂ ਦੇ ਅੰਦਰ ਆਨੰਦ ਵਰਤਦਾ ਹੈ। ਤਿਵ ਪੋਤਰੇ ਕੋ ਜਨਮਿਓ ਸੁਨ ਕੇ। ਕਿਵੇਂ ਆਪਣੇ ਘਰ ਦੇ ਵਿੱਚ ਪੋਤਰੇ ਦੇ ਜਨਮ ਦੀ ਖਬਰ ਸੁਣ ਕੇ ਮਨ ਸ਼੍ਰੀ ਗੁਰ ਮਾਤ ਪਿਤਾ ਹਰ ਖਾਏ। ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਏਦਾਂ ਪ੍ਰਸੰਨ ਹੋਏ ਨੇ। ਵੇਖੋ ਉਦਾਹਰਣਾਂ ਕਿੰਨੀਆਂ ਦਿੱਤੀਆਂ ਉੱਪਰ। ਜਿਵੇਂ ਪਿਆਸੇ ਨੂੰ ਪਾਣੀ ਮਿਲਿਆ ਉਹ ਖੁਸ਼ ਹੁੰਦਾ ਹੈ, ਭੁੱਖੇ ਨੂੰ ਭੋਜਨ ਮਿਲਿਆ ਖੁਸ਼ੀ ਹੁੰਦੀ ਹੈ, ਬੱਦਲਾਂ ਦੀ ਗੜਗੜਾਹਟ ਨੂੰ ਸੁਣ ਕੇ ਮੋਰ ਖੁਸ਼ ਹੁੰਦੇ ਐ, ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਹੈ, ਬਬੀਹੇ ਨੂੰ ਸਵੰਤੀ ਬੂੰਦ ਮਿਲੇ ਤੇ ਖੁਸ਼ੀ ਹੁੰਦੀ ਹੈ, ਦੁਸ਼ਮਣ ਦੇ ਦੇਸ਼ ਨੂੰ ਜਿੱਤ ਕੇ ਜਿਵੇਂ ਰਾਜਾ ਖੁਸ਼ ਹੁੰਦਾ ਹੈ, ਤੇ ਜਿਵੇਂ ਕਿਸੇ ਸਾਧਕ ਨੂੰ ਸਾਧਨਾ ਕਰਕੇ ਉਹਨੂੰ ਫਲ ਪ੍ਰਾਪਤ ਹੋਵੇ ਤੇ ਸਾਧਕ ਖੁਸ਼ ਹੁੰਦਾ ਹੈ, ਏਦਾਂ ਪੋਤਰੇ ਦਾ ਜਨਮ ਸੁਣ ਕੇ ਮਾਤਾ ਤੇ ਪਿਤਾ ਜੀ ਨੂੰ ਖੁਸ਼ੀ ਹੋਈ ਹੈ। ਬੜਾ ਆਨੰਦ ਤੇ ਬੜਾ ਖੇੜਾ ਪ੍ਰਾਪਤ ਹੋਇਆ ਹੈ। ਤੋਟਕ ਛੰਦ
ਚਲ ਆਵਤ ਪੇ ਸੁਲਤਾਨਪੁਰੇ। ਉਸੇ ਵਕਤ ਪਿਤਾ ਤੇ ਮਾਤਾ ਜੀ ਨੇ ਤਿਆਰੀ ਕੀਤੀ, ਨਨਕਾਣਾ ਸਾਹਿਬ ਤੋਂ ਚੱਲ ਕੇ ਸ੍ਰੀ ਸੁਲਤਾਨਪੁਰ ਸਾਹਿਬ ਆਏ ਹਨ। ਸੁਨ ਸ਼੍ਰੀ ਗੁਰ ਪਾਇਨ ਤਾਏ ਪਰੇ। ਘਰ ਆਏ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਪੁੱਜੇ, ਮਾਤਾ ਪਿਤਾ ਦੇ ਚਰਨਾਂ ਨੂੰ ਸਪਰਸ਼ ਕੀਤਾ। ਜਨਨੀ ਮਨ ਕੀਨੇ ਆਨੰਦ ਕਨਾ। ਮਾਤਾ ਜੀ ਨੇ ਬੜਾ ਆਨੰਦ ਮਨਾਇਆ ਆਪਣੇ ਲਾਲ ਨੂੰ ਆਪਣੇ ਕੰਠ ਨਾਲ ਲਾ ਕੇ। ਸੁਤ ਪੈ ਕਰ ਫੇਰ ਦੁਲਾਰ ਸਨਾ। ਸਿਰ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਹੱਥ ਫੇਰਦੇ ਆ ਮਾਤਾ ਤ੍ਰਿਪਤਾ ਜੀ, ਮੱਥੇ ਤੇ ਹੱਥ ਫੇਰ ਕੇ ਬੜੀ ਖੁਸ਼ੀ ਮਨਾਉਂਦੇ ਐ। ਪਿਕ ਪੋਤਰੇ ਤੁੰਡ ਕੁਸ਼ੇਸ਼ ਐਸਾ। ਫਿਰ ਆਪਣੇ ਕਮਲ ਜੈਸੇ ਸੁੰਦਰ ਮੁਖੜੇ ਵਾਲੇ ਪੋਤਰੇ ਨੂੰ ਗੋਦ 'ਚ ਬਿਠਾ ਕੇ ਮਾਤਾ ਤ੍ਰਿਪਤਾ ਜੀ ਵੇਖਦੇ ਐ। ਆਪਣੇ ਪੋਤਰੇ ਨੂੰ ਗੋਦ 'ਚ ਲੈ ਕੇ ਉਹਦੇ ਸੋਹਣੇ ਜਿਹੇ ਮੁਖ ਮੰਡਲ ਨੂੰ ਤੱਕਦੇ ਹਨ। ਤਨ ਦੀਨਨ ਦੀਨ ਨਰੇਸ਼ ਸਸਾ। ਉਸੇ ਵੇਲੇ ਧਨ ਦੀ ਥੈਲੀ ਮੰਗਾ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਸਿਰ ਤੋਂ ਵਾਰਨੇ ਕਰਕੇ, ਜਿਵੇਂ ਕੋਈ ਰਾਜਾ ਦਾਨ ਕਰਦਾ ਨਾ, ਏਦਾਂ ਮਾਤਾ ਤ੍ਰਿਪਤਾ ਜੀ ਗਰੀਬਾਂ ਨੂੰ ਦਾਨ ਕਰਦੇ ਹਨ। ਤਨੀਆਂ ਮਿਲ ਤੋਖ ਤਿਖਾ ਤਰਖੀ। ਫਿਰ ਆਪਣੀ ਧੀ ਰਾਣੀ ਬੇਬੇ ਨਾਨਕੀ ਨੂੰ ਮਿਲ ਕੇ ਮਾਤਾ ਜੀ ਖੁਸ਼ ਹੋਏ। ਜਲ ਮੇਲ ਮਿਲਾ ਸੁਖ ਸੋਹਰਖੀ। ਕਹਿੰਦੇ ਜਿਵੇਂ ਪਾਣੀ ਪਾਣੀ ਨਾਲ ਮਿਲ ਕੇ ਇੱਕ ਮਿਕ ਹੁੰਦਾ ਨਾ, ਏਦਾਂ ਮਾਤਾ ਜੀ ਆ ਕੇ ਆਪਣੇ ਪਰਿਵਾਰ ਨੂੰ ਮਿਲ ਕੇ ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ। ਦੋਹਰਾ ਕਾਲੂ ਬਦਨ ਬਿਲੋਕ ਸੁਤ ਸਰਸੇ ਸਰਬ ਸਮਾਜ। ਕਹਿੰਦੇ ਮਿਲ ਤੋਖ ਤਿਖਾ ਤਰਖੀ, ਜਲ ਮੇਲ ਮਿਲਾ ਸੁਖ ਸੋ ਹਰਖੀ। ਜਿਵੇਂ ਕਿਸੇ ਪਿਆਸੇ ਨੂੰ ਪਾਣੀ ਮਿਲ ਜਾਏ ਤੇ ਖੁਸ਼ੀ ਹੁੰਦੀ ਹੈ ਨਾ, ਏਦਾਂ ਬੇਬੇ ਨਾਨਕੀ ਜੀ ਨੂੰ ਮਿਲ ਕੇ ਤੇ ਬੇਬੇ ਨਾਨਕੀ ਜੀ ਆਪਣੇ ਮਾਂ ਪਿਤਾ ਨੂੰ ਮਿਲ ਕੇ ਇਸੇ ਤਰ੍ਹਾਂ ਪ੍ਰਸੰਨ ਹੋਏ ਨੇ। ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਦਾ ਘਰ-ਬਾਰ ਵੇਖਿਆ, ਗੁਰੂ ਨਾਨਕ ਸਾਹਿਬ ਦਾ ਆਪਣਾ ਘਰ ਬਣਿਆ ਵੇਖਿਆ, ਘਰ ਵਿੱਚ ਹਰ ਇੱਕ ਪ੍ਰਕਾਰ ਦੀ ਸੁੱਖ ਸਹੂਲਤ ਵੇਖੀ, ਰਾਜ ਸਾਜ ਬਣਿਆ ਵੇਖਿਆ, ਤੋ ਪਿਤਾ ਜੀ ਦੇ ਮਨ ਨੂੰ ਠੰਡ ਪਈ, ਮਨ ਨੂੰ ਖੁਸ਼ੀ ਹੋਈ ਕਿ ਮੇਰੇ ਪੁੱਤਰ ਦੇ ਘਰ ਦੇ ਵਿੱਚ ਹਰ ਇੱਕ ਸ਼ੈ ਹੈ। ਹਰਖ ਅਧਿਕ ਉਰ ਮੈਂ ਤਰਿਓ ਭਲੇ ਚਲਾਇਓ ਕਾਜ। ਪਿਤਾ ਜੀ ਨੂੰ ਇਸ ਗੱਲ ਦੀ ਸੰਤੁਸ਼ਟੀ ਤੇ ਖੁਸ਼ੀ ਹੋਈ ਕਿ ਮੇਰੇ ਪੁੱਤਰ ਨਾਨਕ ਨੇ ਵਧੀਆ ਕੰਮਕਾਰ ਚਲਾ ਲਿਆ, ਆਪਣਾ ਵਧੀਆ ਕੰਮਕਾਰ, ਆਪਣਾ ਮੋਦੀ ਖਾਨੇ ਦਾ ਰੇੜ ਲਿਆ, ਆਪਣਾ ਘਰ-ਬਾਰ ਬਣ ਗਿਆ, ਘਰ ਵਿੱਚ ਹਰ ਇੱਕ ਪ੍ਰਕਾਰ ਦੀ ਵਸਤੂ ਇਕੱਤਰ ਕਰਕੇ ਰੱਖ ਲਈ ਹੈ। ਇਸ ਗੱਲ ਦੀ ਖੁਸ਼ੀ ਔਰ ਸੰਤੁਸ਼ਟੀ ਪਿਤਾ ਮਹਿਤਾ ਕਾਲੂ ਜੀ ਦੇ ਮਨ ਨੂੰ ਹੋਈ ਹੈ। ਮੁਝ ਤੇ ਅਧਿਕ ਕਮਾਏ ਕਰ ਸਰਬ ਪਦਾਰਥ ਕੀਨ। ਪਿਤਾ ਜੀ ਸੋਚਦੇ ਤੇ ਖੁਸ਼ੀ ਮਨਾਉਂਦੇ ਨੇ ਕਿ ਮੇਰੇ ਪੁੱਤਰ ਨਾਨਕ ਨੇ ਮੇਰੇ ਤੋਂ ਵੱਧ ਕਮਾਈ ਕੀਤੀ ਹੈ। ਮੇਰੇ ਘਰ ਵਿੱਚ ਉਹ ਵਸਤੂਆਂ ਇੰਨੀਆਂ ਨਹੀਂ ਜਿੰਨੀਆਂ ਮੇਰੇ ਪੁੱਤਰ ਨਾਨਕ ਨੇ ਆਪਣੇ ਘਰ ਵਿੱਚ ਇਕੱਤਰ ਕਰਕੇ ਰੱਖੀਆਂ ਹੋਈਆਂ। ਇਸ ਗੱਲ ਦੀ ਖੁਸ਼ੀ ਪਿਤਾ ਜੀ ਦੇ ਮਨ ਨੂੰ ਹੋ ਰਹੀ ਹੈ। ਕੀਰਤ ਜਗ ਵਿਸਤ੍ਰਿਤ ਪੀ ਦੀਨਨ ਦਾਨੇ ਦੀਨ। ਘਰ ਵਿੱਚ ਵੀ ਸਭ ਕੁਝ ਹੈ, ਦੂਜੀ ਕੀਰਤੀ ਵੀ ਹੈ ਮੇਰੇ ਪੁੱਤਰ ਨਾਨਕ ਦੀ। ਸੰਸਾਰ ਵਿੱਚ ਲੋਕਾਂ ਵਿੱਚ ਕੀਰਤੀ ਹੁੰਦੀ ਹੈ ਕਿ ਮੇਰਾ ਪੁੱਤਰ ਗਰੀਬਾਂ ਤੇ ਨਿਮਾਣਿਆਂ ਨੂੰ ਦਾਨ ਦੇ ਕੇ ਨਿਵਾਜਦਾ। ਇਸ ਗੱਲ ਦੀ ਵੀ ਖੁਸ਼ੀ ਹੋ ਰਹੀ ਅੱਜ ਪਿਤਾ ਜੀ ਨੂੰ, ਇਸ ਗੱਲ ਦੀ ਵੀ ਸੰਤੁਸ਼ਟੀ ਹੋ ਰਹੀ ਹੈ। ਤੋਟਕ ਚੰਦ ਰਹਿ ਕੇਤਕ ਬਾਸੁਰ ਮਾਤ ਪਿਤਾ। ਕੁਝ ਦਿਨ ਮਾਤਾ ਪਿਤਾ ਜੀ ਸਤਿਗੁਰਾਂ ਦੇ ਕੋਲ ਰਹੇ ਨੇ। ਮਿਲ ਕੇ ਸੁਤ ਪੋਤਰੇ ਕੀਨ ਗਤਾ। ਆਪਣੇ ਪੁੱਤਰ ਤੇ ਆਪਣੇ ਪੋਤਰੇ ਨੂੰ ਮਿਲ ਕੇ ਮਾਤਾ ਪਿਤਾ ਜੀ ਦੋਨੋਂ ਚਲੇ ਗਏ। ਪਹਿਲੀ ਵਾਰ ਸੀ ਪਿਤਾ ਜੀ ਕਿ ਜਾਣ ਵੇਲੇ ਸਤਿਗੁਰੂ ਜੀ ਨੂੰ ਇਹ ਕਹਿ ਕੇ ਨਹੀਂ ਗਏ ਕਿ ਪੁੱਤਰਾ ਹੁਣ ਪੈਸੇ ਜੋੜਿਆ ਕਰ, ਘਰ 'ਚ ਸੰਤਾਨ ਹੋ ਗਈ ਹੈ, ਹੁਣ ਬੱਚਿਆਂ ਵਾਲਾ ਹੋ ਗਿਆ। ਕਿਉਂਕਿ ਮਨ ਨੂੰ ਖੁਸ਼ੀ ਸੀ ਵੀ ਹੁਣ ਸਭ ਕੁਝ ਠੀਕ ਹੈ, ਘਰ ਵਿੱਚ ਵੀ ਸਾਰੇ ਪਦਾਰਥ ਹਨ। ਤੋ ਪਿਤਾ ਜੀ ਔਰ ਮਾਤਾ ਜੀ ਦੋਨੇ ਬੜੀ ਸੰਤੁਸ਼ਟੀ ਨਾਲ ਆਪਣੇ ਪੁੱਤਰ ਤੇ ਪੋਤਰੇ ਨੂੰ ਮਿਲ ਕੇ ਸੁਲਤਾਨਪੁਰ ਸਾਹਿਬ ਤੋਂ ਵਾਪਸ ਸ੍ਰੀ ਨਨਕਾਣਾ ਸਾਹਿਬ ਪਰਤੇ ਹਨ। 1 ਸਾਲ ਪਇਓ ਸੁਤ ਕੇ ਜਨਮੇ। ਕਹਿੰਦੇ 1 ਸਾਲ ਦਾ ਸਮਾਂ ਬੀਤ ਗਿਆ, ਯਾਨੀ ਕਿ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਜਨਮ ਨੂੰ
1 ਸਾਲ ਬੀਤ ਗਿਆ, ਸਰੀਰ ਦੀ ਆਯੂ 1 ਸਾਲ ਦੀ ਹੋਈ। ਮੁਖ ਹੀਰਤ ਮਾਤ ਖੁਸ਼ੀ ਮਨ ਮੇ। ਮਾਤਾ ਸੁਲੱਖਣੀ ਜੀ ਆਪਣੇ ਲਾਲ ਦੇ ਮੁਖ ਮੰਡਲ ਨੂੰ ਵੇਖਦੇ ਬੜੇ ਖੁਸ਼ ਤੇ ਆਨੰਦ ਵਿੱਚ ਵਰਤਦੇ ਹਨ। ਭਗਨੀ ਮਨ ਕੀ ਸਭ ਜਾਣ ਹਿਰਦੇ। ਇਧਰ ਜਾਣੀ ਜਾਣ ਸਤਿਗੁਰੂ ਅੰਤਰਯਾਮੀ ਗੁਰਦੇਵ ਨੇ ਵੇਖਿਆ ਬੇਬੇ ਨਾਨਕੀ ਦੇ ਮਨ ਦੀ ਭਾਵਨਾ। ਬੇਬੇ ਜੀ ਦੇ ਮਨ ਦੀ ਭਾਵਨਾ ਸੀ ਕਿ ਵੀਰ ਇਹ ਵੱਡਾ ਪੁੱਤਰ ਮੇਰੀ ਝੋਲੀ ਚ ਪਾ ਦੇਵੇ। ਇਹ ਬੇਬੇ ਨਾਨਕੀ ਦੀ ਦਿਲੀ ਖੁਆਇਸ਼ ਸੀ ਕਿ ਮੈਂ ਸਤਿਗੁਰਾਂ ਦੇ ਇਸ ਵੱਡੇ ਸਾਹਿਬਜ਼ਾਦੇ ਨੂੰ ਮੈਂ ਪਾਲਾਂ ਆਪਣਾ ਪੁੱਤਰ ਬਣਾ ਕੇ। ਜਾਣੀ ਜਾਣ ਸਤਿਗੁਰੂ ਜਾਣ ਗਏ ਕਿ ਬੇਬੇ ਦੇ ਮਨ ਦੀ ਇਹ ਭਾਵਨਾ ਹੈ। ਮੁਖ ਨਾਨਕ ਬੈਨ ਪਨੇ ਸੁਖ ਦੇ। ਸੁਖ ਦੇਣ ਵਾਲੇ ਬੋਲ ਜਾਣੀ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਇੱਕ ਬਾਰ ਕਲੇ ਪ੍ਰਤਪਾਰ ਕਰੋ। ਮਹਾਰਾਜ ਜੀ ਕਹਿਣ ਲੱਗੇ ਬੇਬੇ ਜੀ ਆ ਇੱਕ ਬਾਲਕ ਤੁਸੀਂ ਆਪਣੀ ਗੋਦ ਵਿੱਚ ਲੈ ਲਵੋ ਔਰ ਇਹਦੀ ਪਾਲਣਾ ਤੁਸੀਂ ਕਰੋ। ਇਹਦੀ ਪਰਵਰਿਸ਼ ਭੈਣ ਜੀ ਬੇਬੇ ਜੀ ਤੁਸੀਂ ਕਰੋ। ਤੁਮ ਆਨ ਵਿਚਾਰ ਕਛੂ ਨਾ ਤਰੋ। ਹੋਰ ਕੋਈ ਵਿਚਾਰ ਆਪਣੇ ਮਨ ਚ ਨਾ ਕਰੋ, ਹੋਰ ਕੋਈ ਫੁਰਨਾ, ਹੋਰ ਕੋਈ ਸੰਕਲਪ ਆਪਣੇ ਮਨ ਵਿੱਚ ਨਾ ਕਰੋ। ਸੁਨ ਕੇ ਹਰਖੀ ਸਰਸੀ ਉਰ ਮੈਂ। ਸੁਣਦਿਆਂ ਸਾਰ ਬੇਬੇ ਨਾਨਕੀ ਜੀ ਬੜੇ ਖੁਸ਼ ਹੋਏ, ਖੇੜੇ ਨਾਲ ਖਿੜ ਗਿਆ ਹਿਰਦਾ ਕਿ ਜੋ ਮੈਂ ਇੱਛਾ ਕੀਤੀ ਸੀ ਮੇਰੇ ਸਾਹਿਬ ਨੇ ਜਾਣ ਲਈ ਹੈ। ਪਵ ਰੰਕ ਮਦਾਰ ਪਇਓ ਕਰ ਮੈਂ। ਕਹਿੰਦੇ ਮਾਨੋ ਜਿਵੇਂ ਕਿਸੇ ਜਨਮ ਤੋਂ ਭਿਖਾਰੀ ਦੇ ਘਰ ਵਿੱਚ ਅਚਾਨਕ ਕਲਪ ਬ੍ਰਿਛ ਲੱਗ ਜਾਏ ਤੇ ਜਿੰਨੀ ਉਹਨੂੰ ਖੁਸ਼ੀ ਹੁੰਦੀ ਹੈ ਨਾ, ਕਹਿੰਦੇ ਇੰਨੀ ਖੁਸ਼ੀ ਬੇਬੇ ਨਾਨਕੀ ਦੇ ਮਨ ਨੂੰ ਹੋਈ ਹੈ। ਹਾਂਜੀ। ਮੁਖ ਕੰਜ ਬਿਲੋਕਤ ਲਾਲਤ। ਕਵਲ ਜੈਸਾ ਸੁੰਦਰ ਮੁਖੜਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਵੇਖਦੇ ਆ ਬੇਬੇ ਨਾਨਕੀ ਜੀ, ਗੋਦ ਚ ਲੈਂਦੇ ਆ ਆਪਣੇ ਸਾਹਿਬਜ਼ਾਦੇ ਦਾ, ਆਪਣੇ ਭਤੀਜੇ ਦਾ ਮੱਥਾ ਚੁੰਮਦੇ ਐ, ਘੁੱਟ ਕੇ ਗਲ ਵਕੜੀ ਚ ਲੈਂਦੇ ਤੇ ਪਾਲਦੇ ਤੇ ਦੁਲਾਰਦੇ ਨੇ। ਅਤ ਨਹੀਂ ਤਰੇ ਪ੍ਰਤਪਾਲਤੇ। ਬੜਾ ਭਾਰੀ ਨੀਂਹ ਰੱਖ ਕੇ ਬੇਬੇ ਨਾਨਕੀ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਪਾਲਣਾ ਕਰਦੇ ਹਨ। ਦੋਹਰਾ ਸ੍ਰੀ ਚੰਦ ਤਰ ਨਾਮ ਤੈ ਪਾਇਓ ਉਚੰਗ ਭਤੀਜੇ। ਸਤਿਗੁਰੂ ਜੀ ਨੇ ਆਪਣੇ ਸਾਹਿਬਜ਼ਾਦੇ ਦਾ ਨਾਮ ਖੁਦ ਆਪ ਰੱਖਿਆ ਗੁਰੂ ਨਾਨਕ ਪਾਤਸ਼ਾਹ ਨੇ, ਤੇ ਨਾਂ ਰੱਖਿਆ ਸੀ ਸ਼੍ਰੀ ਚੰਦ। ਸ਼੍ਰੀ ਚੰਦਰ ਏਦਾਂ ਵੀ ਨਾਂ ਇਤਿਹਾਸ ਵਿੱਚ ਲਿਖਿਆ ਆਉਂਦਾ ਹੈ। ਤੋ ਸ਼੍ਰੀ ਚੰਦ ਨਾਮ ਰੱਖ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਮਹਾਰਾਜ ਜੀ ਨੇ ਬੇਬੇ ਨਾਨਕੀ ਦੀ ਗੋਦੀ ਦੇ ਵਿੱਚ ਪਾਇਆ ਤੇ ਬੇਬੇ ਨਾਨਕੀ ਨੇ ਆਪਣੇ ਭਤੀਜੇ ਨੂੰ ਆਪਣੀ ਗੋਦ ਵਿੱਚ ਲੈ ਕੇ ਖੁਸ਼ੀ ਪ੍ਰਗਟ ਕੀਤੀ ਹੈ। ਔਰ ਆਨੰਦ ਬੋ ਨਾਨਕੀ ਸੋਦਰ ਲਖਿਓ ਪਰਸੀਜੇ। ਬੇਬੇ ਨਾਨਕੀ ਜੀ ਬੜੇ ਆਨੰਦਿਤ ਹੋਏ ਨੇ, ਬੜੇ ਖੁਸ਼ ਨੇ ਇਹ ਜਾਣ ਕੇ ਕਿ ਮੇਰੇ ਭਰਾ ਨੇ ਮੇਰੇ ਤੇ ਪ੍ਰਸੰਨਤਾ ਕੀਤੀ ਹੈ, ਮੇਰੇ ਭਾਈ ਨੇ ਮੇਰੇ ਤੇ ਕਿਰਪਾ ਕੀਤੀ ਹੈ। ਦੋਹਰਾ ਚਰਨ ਸ਼ਰਨ ਗੁਰ ਪਰਨ ਮਨ ਨਖਨ ਨੈਕ ਛਬ ਮੂਲ। ਮਾਂ ਕਵੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਮੰਗਲ ਕਰਦੇ ਨੇ। ਕਹਿੰਦੇ ਹੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ, ਆਪ ਜੀ ਦੇ ਪਵਿੱਤਰ ਚਰਨਾਂ ਦੀ ਮੈਂ ਸ਼ਰਨ ਵਿੱਚ ਹਾਂ, ਮੇਰਾ ਮਨ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹੈ। ਐਸੇ ਚਰਨ ਜਿਨ੍ਹਾਂ ਦੇ ਜਿਹੜੇ ਨੌ ਨੇ ਨਾ ਆਪ ਜੀ ਦੇ ਚਰਨਾਂ ਦੇ, ਉਹਨਾਂ ਦੀ ਛਵੀ ਨੂੰ ਵੇਖ ਕੇ ਹੀਰਿਆਂ ਦੀ ਜਿਹੜੀ ਛਵੀ ਹੈ ਉਹ ਵੀ ਫਿੱਕੀ ਪੈਂਦੀ ਹੈ। ਹੀਰੇ ਬੜੇ ਚਮਕਦਾਰ ਹੁੰਦੇ, ਬੜੀ ਛਵੀ ਵਾਲੇ ਹੁੰਦੇ ਨੇ, ਪਰ ਹੇ ਸਤਿਗੁਰੂ ਤੁਹਾਡੇ ਚਰਨਾਂ ਦੇ ਜਿਹੜੇ ਨੌ ਨੇ ਨਾ ਨਖੂਨ, ਉਹਨਾਂ ਨੂੰ ਵੇਖ ਕੇ ਹੀਰਿਆਂ ਦੀ ਛਵੀ ਵੀ ਫਿੱਕੀ ਪੈਂਦੀ ਹੈ। ਹਰਨ ਮਰਨ ਪਵ ਨਿਜ ਜਨਨ ਨਮੋ ਹੋਏ ਅਨਕੂਲ। ਮਹਾਰਾਜ ਜੀ ਜਿਹੜੇ ਤੁਹਾਡੀ ਸ਼ਰਨ 'ਚ ਪੈਂਦੇ ਨੇ ਉਹਨਾਂ ਦਾ ਜਨਮ ਤੇ ਮਰਨ ਤੁਸੀਂ ਹਰ ਲੈਂਦੇ ਹੋ। ਹੇ ਗੁਰੂ ਨਾਨਕ ਪਾਤਸ਼ਾਹ,
ਤੁਹਾਡੇ ਜਿਹੜੇ ਪਾਵਨ ਚਰਨ ਆਪਣੇ ਸੇਵਕਾਂ ਦਾ ਜਨਮ ਮਰਨ ਨਿਵਾਰਨ ਵਾਲੇ ਨੇ, ਮੈਂ ਤੁਹਾਡੇ ਐਸੇ ਪਵਿੱਤਰ ਚਰਨਾਂ ਤੇ ਨਮਸਕਾਰ ਕਰਦਾ ਹਾਂ, ਵੰਦਨਾ ਕਰਦਾ ਹਾਂ। ਹਾਂਜੀ। ਸ੍ਰੀ ਬਾਲਾ ਸੰਧੂਆਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ। ਦੋਹਰਾ ਪੁਰ ਸੁਲਤਾਨ ਸਮੀਪ ਹੈ, ਮੈਲ ਸਿਆਂ ਇੱਕ ਗ੍ਰਾਮ। ਸੁਲਤਾਨਪੁਰ ਸਾਹਿਬ ਦੇ ਨੇੜੇ ਇੱਕ ਪਿੰਡ ਹੈ ਮਲਸੀ। ਮਲਸੀ ਨਗਰ ਬੜਾ ਪ੍ਰਸਿੱਧ ਨਗਰ ਹੈ, ਇਤਿਹਾਸਕ ਨਗਰ ਹੈ। ਸੁਲਤਾਨਪੁਰ ਸਾਹਿਬ ਦੇ ਨੇੜੇ ਤੇੜੇ ਕੁਝ ਇਤਿਹਾਸਕ ਨਗਰ ਨੇ, ਜਿਵੇਂ ਡੱਲਾ ਪਿੰਡ ਹੈ, ਮਲਸੀ ਪਿੰਡ ਹੈ। ਇਹਨਾਂ ਪਿੰਡਾਂ ਵਿੱਚ ਬੜਾ ਬੜਾ ਲੰਮੇਰਾ ਇਤਿਹਾਸ ਪਿਆ ਹੋਇਆ, ਸਾਂਭਿਆ। ਡੱਲਾ ਪਿੰਡ ਹੈ ਨੇੜੇ, ਉੱਥੇ ਇੱਕੋ ਪਿੰਡ ਦੇ ਵਿੱਚ 72 ਬ੍ਰਹਮ ਗਿਆਨੀ ਹੋਏ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਸਮੇਂ। ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੀ ਬਰਾਤ ਇੱਥੇ ਆਈ ਸੀ। ਮਾਤਾ ਦਮੋਦਰੀ ਜੀ ਨਾਲ ਸਤਿਗੁਰਾਂ ਦੀ ਸ਼ਾਦੀ ਇੱਥੇ ਹੋਈ ਸੀ ਗੁਰੂ ਹਰਗੋਬਿੰਦ ਸਾਹਿਬ ਦੀ। ਮਲਸੀ ਪਿੰਡ ਵੀ ਬੜਾ ਇਤਿਹਾਸਕ ਪਿੰਡ ਹੈ। ਇਸ ਪਿੰਡ ਦੇ ਬਾਬਤ ਇੱਕ ਕਥਾ ਜੋ ਪ੍ਰਸਿੱਧ ਹੈ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ, ਉਹਦਾ ਜਨਮ ਸਾਖੀ 'ਚ ਜ਼ਿਕਰ ਆਉਣ ਲੱਗਾ। ਕਹਿੰਦੇ ਸੁਲਤਾਨਪੁਰ ਸਾਹਿਬ ਤੋਂ ਹੀ ਕੁਝ ਦੂਰੀ ਤੇ ਇੱਕ ਮਲਸੀ ਨਾਮ ਦਾ ਨਗਰ ਹੈ। ਹੁਤੋ ਉਪਾਸਿਕ ਕਾਲਿਕਾ ਤਹਾਂ ਭਗੀਰਥ ਨਾਮ। ਇਸ ਮਲਸੀ ਨਗਰ ਦੇ ਵਿੱਚ ਇੱਕ ਗੁਰਮੁਖ ਪਿਆਰਾ ਰਹਿੰਦਾ ਹੈ, ਇਹਦਾ ਨਾਮ ਹੈ ਭਾਈ ਭਗੀਰਥ। ਇਹ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਕਾਲੀ ਦਾ ਉਪਾਸ਼ਕ ਸੀ। ਕਾਲਕਾ ਦਾ ਉਪਾਸ਼ਕ ਸੀ। ਇਹ ਕਾਲਕਾ ਦੀ ਪੂਜਾ ਕਰਦਾ ਸੀ। ਚੋਪਈ ਜੋ ਮਿਲਤੈ ਲੀਏ ਗੁਰਮਤਿ ਰੀਤੀ। ਭਾਈ ਭਗੀਰਥ ਜੀ ਨੇ ਜਿਵੇਂ ਸਤਿਗੁਰਾਂ ਨਾਲ ਮਿਲ ਕੇ ਗੁਰਮਤ ਨੂੰ ਗ੍ਰਹਿਣ ਕੀਤਾ ਹੈ, ਤਿਉ ਮੈਂ ਕਹੋ ਸੁਨੋ ਕਰ ਪ੍ਰੀਤੀ। ਮਾਂ ਕਵੀ ਜੀ ਕਹਿੰਦੇ ਮੈਂ ਉਹ ਕਥਾ ਤੁਹਾਨੂੰ ਕਹਿੰਦਾ ਹਾਂ, ਤੁਸੀਂ ਪ੍ਰੇਮ ਸਹਿਤ ਸਰਵਣ ਕਰੋ। ਪਾਉ ਤਰੇ ਸੇਵਤ ਨਿਤ ਕਾਲੀ। ਭਾਈ ਭਗੀਰਥ ਜੀ ਨਿਤਾ ਪ੍ਰਤੀ ਕਾਲਕਾ ਦੀ, ਕਾਲੀ ਦੇਵੀ ਦੀ ਪੂਜਾ ਕਰਦੇ ਸੀ। ਉਹਨਾਂ ਦੀ ਉਹ ਇਸ਼ਟ ਮੰਨਦੇ ਸੀ, ਉਹਨਾਂ ਨੂੰ ਦੇਵੀ ਦੀ ਉਪਾਸਨਾ ਕਰਦੇ ਸਨ। ਸੁਚ ਸੰਜਮ ਕਰ ਪੂਰ ਸੁਚਾਲੀ। ਬੜੀ ਸੁਚਮਤਾ ਨਾਲ, ਬੜੀ ਮਰਿਆਦਾ ਨਾਲ ਭਾਈ ਭਗੀਰਥ ਜੀ ਪੂਜਾ ਕਰਦੇ ਨੇ। ਰਟੇ ਨਾਮ ਪੋ ਭਵਾ ਭਵਾਨੀ। ਉਹ ਜਿਹੜੇ ਬੇਅੰਤ ਨਾਂ ਕਾਲਕਾ ਦੇ ਉਚਾਰਨ ਕਰਦੇ ਸੀ ਭਾਈ ਭਗੀਰਥ ਜੀ, ਬੇਅੰਤੀ ਨਾਂ ਕਾਲਕਾ ਦੇ ਜੋ ਉਹਨਾਂ ਨੇ ਸੁਣੇ ਹੋਏ ਸੀ ਆਪਣੇ ਧਰਮ ਗ੍ਰੰਥਾਂ ਵਿੱਚ, ਉਹਨਾਂ ਨਾਵਾਂ ਦਾ ਉਹ ਨਾਂ ਜਪਦੇ ਸੀ। ਕਿਹੜੇ ਕਿਹੜੇ ਨਾਂ ਭਾਈ ਭਗੀਰਥ ਜੀ ਜਪਦੇ ਸੀ ਕਾਲਕਾ ਦੇ, ਉਹ ਨਾਵਾਂ ਦਾ ਅੱਗੇ ਜ਼ਿਕਰ ਆ ਰਿਹਾ ਹੈ। ਜਗਦੰਬਾ ਤ੍ਰੈ ਗੁਣ ਕੀ ਖਾਨੀ। ਭਾਈ ਭਗੀਰਥ ਜੀ ਇਹ ਨਾਮ ਜਪਦੇ ਸੀ, ਕਾਲਕਾ ਨੂੰ ਕਹਿੰਦੇ ਸੀ, ਹੇ ਕਾਲਕਾ ਤੂੰ ਜਗਦੰਬਾ ਮਾਈ ਹੈ, ਤੂੰ ਤਿੰਨਾਂ ਗੁਣਾਂ ਦੀ ਖਾਨ ਹੈ। ਅਸ਼ਟ ਭੁਜੀ ਅਸ਼ਟਾ ਯੁੱਧ ਚਮਕੈ। ਤੂੰ ਅਸ਼ਟ ਭੁਜੀ ਆਂ, 8 ਬਾਹਾਂ ਵਾਲੀ ਆਂ, ਤੇਰੇ 8 ਹੱਥਾਂ ਦੇ ਵਿੱਚ 8 ਹਥਿਆਰ ਸੋਭਦੇ ਨੇ। ਦਾਂਤਨ ਪਾਤ ਵਿਸਾਲਾ ਦਮਕੈ। ਤੇਰੇ ਦੰਦਾਂ ਦੀ ਜਿਹੜੀ ਪੰਕਤੀ ਆ ਉਹ ਬਿਜਲੀ ਵਾਂਗੂ ਚਮਕਦੀ ਹੈ। ਇਹ ਭਾਈ ਭਗੀਰਥ ਦੀ ਆਸਥਾ ਹੈ ਜੋ ਉਸ ਕਾਲਕਾ ਪ੍ਰਤੀ ਉਹ ਪ੍ਰਗਟ ਕਰਦੇ ਸੀ, ਸਿੱਖ ਦੀ ਨਹੀਂ। ਭਾਈ ਭਗੀਰਥ ਹਾਲੇ ਸਿੱਖ ਬਣਿਆ ਨਹੀਂ ਨਾ, ਹਾਲੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਇਆ ਨਹੀਂ ਹੈ। ਇਸ ਕਰਕੇ ਇਹ ਸਾਰੇ ਨਾਮ ਉਹ ਕਾਲਕਾ ਦੇ ਲੈ ਕੇ ਉਚਾਰਨ ਕਰ ਰਹੇ ਨੇ। ਲਾਲ ਬਿਲੋਚਨ ਮੁੰਡਨ ਮਾਲੀ। ਕਹਿੰਦੇ ਹੇ ਕਾਲਕਾ ਤੂੰ ਲਾਲ ਨੇਤਰਾਂ ਵਾਲੀ ਆ, ਤੇਰੇ ਗਲ ਦੇ ਵਿੱਚ ਮੁੰਡਨ ਮਾਲੀ। ਆ ਜਿਹੜੇ ਮੁਰਦੇ ਨੇ ਉਹਨਾਂ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਤੇਰੇ ਗਲ ਵਿੱਚ ਹੈ। ਛੋੜਤ ਤੁੰਡੈ ਜਵਾਲ ਕਰਾਲੀ। ਇਹ ਕਾਲਕਾ ਤੂੰ ਆਪਣੇ ਮੂੰਹ ਤੋਂ ਭਿਆਨਕ ਅਗਨੀ ਨੂੰ ਪ੍ਰਚੰਡ ਕਰਨ ਵਾਲੀ ਐ। ਸਿੰਘ ਬਹਾਨੀ ਸੰਤਨ ਪਾਲੀ। ਤੂੰ ਸ਼ੇਰਾਂ ਤੇ ਸਵਾਰ ਹੋ ਕੇ ਆਪਣੇ ਸੇਵਕਾਂ ਨੂੰ ਪਾਲਦੀ ਐ। ਦੈਂਤ ਸੰਘਾਤ ਸੰਘਾਰਨ ਕਾਲੀ। ਤੂੰ ਦੈਂਤਾਂ ਦਾ ਸੰਘਾਰ ਕਰਨ ਵਾਲੀ ਕਾਲਕਾ ਹੈ। ਮਦ ਕੈਟਬ ਮੈਂ ਖਾਸੁਰ ਮਰਦਨ। ਭਾਈ ਭਗੀਰਥ ਜੀ ਕਹਿੰਦੇ ਹੇ ਕਾਲਕਾ ਤੂੰ ਹੀ ਮਦ ਕੈਟਬ ਨੂੰ ਮਾਰਿਆ, ਤੂੰ ਹੀ ਜਿਹੜੇ ਵੱਡੇ ਵੱਡੇ ਮਹਿਖਾਸੁਰ ਵਰਗੇ ਦਾਨਵ ਨੇ ਉਹਨਾਂ ਨੂੰ ਮਰਦਨ ਮਾਰਿਆ।
ਧੁਮ ਚੰਡ ਮੁੰਡ ਚਕਰਦਨ, ਤੁਮਰਾਚ ਚੰਡ ਤੇ ਮੁੰਡ ਆਦਿਕ ਦੈਂਤ ਤੁਸਾਂ ਨੇ ਮਾਰੇ ਹਨ। ਰਕਤ ਬੀਜ ਕੋ ਪਾਨੀ ਰਕਤਾ, ਸਰਣਵਤ ਬੀਜ ਜਿਹੜਾ ਦੈਂਤ ਹੈ ਉਹਦਾ ਖੂਨ ਪਾਣੀ ਵਾਂਗੂ ਤੈਂ ਹੀ ਪੀਤਾ ਖੱਪਰ ਨਾਲ। ਸੁੰਭ ਨਿਸੁੰਭ ਹਨਨ ਵੱਡ ਸ਼ਕਤਾ, ਤੈਂ ਹੀ ਸੁੰਭ ਤੇ ਨਿਸੁੰਭ ਵਰਗੇ ਦੈਂਤਾਂ ਨੂੰ ਮਾਰਿਆ। ਕਲਗੀਧਰ ਨੇ ਵਾਰ ਲਿਖੀ ਹੈ ਚੰਡੀ ਦੀ। ਮਹਾਰਾਜ ਜੀ ਲਿਖਦੇ ਆ, ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੂੰ, ਇੰਦਰ ਸਦ ਬੁਲਾਇਆ ਰਾਜੇ ਅਬਖੇਕ ਨੂੰ, ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦਾ, 14 ਲੋਕਾਂ ਛਾਇਆ ਜਸ ਜਗ ਬਾਤ ਦਾ, ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨ ਜੂਨੀ ਆਇਆ ਜਿਨੇ ਗਾਇਆ। ਇਹ ਚੰਡੀ ਦੀ ਵਾਰ ਗੁਰੂ ਕਲਗੀਧਰ ਦੇ ਰਚੀ ਹੈ, ਯੁੱਧਮਈ ਬਾਣੀ, ਬੀਰਸੀ ਬਾਣੀ। ਤੋ ਇੱਥੇ ਜੋ ਨਾਂ ਸਨ ਉਸ ਕਾਲਕਾ ਦੇ ਉਹ ਵਰਣਨ ਕਰ ਰਹੇ ਨੇ ਭਾਈ ਭਗੀਰਥ ਜੀ। ਮਹਾਰਾਜ, ਹੇ ਕਾਲਕਾ, ਤੈਂ ਹੀ ਸੁੰਭ ਨਿਸੁੰਭ ਵਰਗੇ ਦਾਨਵਾਂ ਨੂੰ, ਰਾਖਸ਼ਾਂ ਨੂੰ ਮਾਰਨ ਵਾਲੀ ਐ। ਅਬੈ ਦਾਨ ਦੇਨੀ ਤ੍ਰੈ ਲੋਕਾ, ਤੂੰ ਤਿੰਨਾਂ ਲੋਕਾਂ ਨੂੰ ਅਭੈ ਪਦਵੀ ਦਾ ਦਾਨ ਦਿੰਦੀ ਹੈ। ਸਰਬ ਪੂਜਿਆ ਨਿਤ ਸਰਬ ਅਸ਼ੋਕਾ, ਤੂੰ ਮੇਰੀ ਪੂਜਨੀਕ ਹੈ ਤੇ ਸਾਰੇ ਸ਼ੋਕਾਂ ਨੂੰ ਦੂਰ ਕਰਨ ਵਾਲੀ ਹੈ। ਜਗਤ ਕਾਰਨੀ ਆਦ ਕੁਮਾਰੀ, ਤੂੰ ਜਗਤ ਦੀ ਕਾਰਨੀ ਤੇ ਮੁੱਢ ਤੋਂ ਆਦ ਕੁਮਾਰੀ ਹੈ। ਉਮਾ ਰਮਾ ਬਾਣੀ ਤਨ ਤਾਰੀ, ਉਮਾ ਰਮਾ ਆਦਿਕ ਬਾਣੀਆਂ ਤੇਰਾ ਹੀ ਸਰੀਰ ਧਾਰਨ ਕਰ ਰਹੀਆਂ ਹਨ। ਜੈ ਦੇਵੀ ਜੈ ਚੰਡ ਕਪਾਲੀ, ਇਹ ਕਾਲਕਾ ਤੇਰੀ ਜੈ ਹੋਵੇ, ਹੈ ਚੰਡਕਾ ਤੇਰੀ ਜੈ। ਇਹ ਸਾਰੇ ਨਾਂ ਲੈਂਦੇ ਐ। ਭਾਈ ਭਗੀਰਥ ਜੀ ਏਦਾਂ ਆਰਾਧਨਾ ਕਰ ਰਹੇ ਨੇ ਚੰਡੀ ਦੀ। ਤੁਝ ਸੇਵੇ ਬਿਦ ਸ਼ੰਕਰ ਸ਼ੋਰੀ, ਤੈਨੂੰ ਸ਼ੰਕਰ ਵੀ ਸੇਵਦਾ ਹੈ। ਜਗ ਉਪਜਾਵਨ ਪਾਲਨ ਕਾਲਨ, ਤੂੰ ਜਗਤ ਨੂੰ ਪੈਦਾ ਕਰਦੀ, ਪਾਲਦੀ ਤੇ ਸੰਘਾਰਦੀ ਐ। ਅਕਲੰਕੀ ਦੁਰਜਨ ਦਲ ਸਾਲਨ, ਤੂੰ ਨਿਸ਼ਕਲੰਕ ਹੈ, ਦੁਰਜਾਂ ਦੇ ਦਲਾਂ ਨੂੰ ਮਾਰਨ ਵਾਲੀ ਐ। ਅਸ ਤਰਨੀ ਹਰਨੀ ਅਗਿਆਨੰ, ਤੂੰ ਹੱਥ ਵਿੱਚ ਤਲਵਾਰ ਨੂੰ ਧਾਰਨ ਕਰਕੇ ਅਗਿਆਨ ਨੂੰ ਹਰਨ ਵਾਲੀ ਐ। ਸੁਖ ਕਰਨੀ ਦਲਣੀ ਦੈਤਾਨੰ, ਤੂੰ ਸੁਖ ਦੇਣ ਵਾਲੀ ਐ ਤੇ ਦੈਤਾਂ ਨੂੰ ਦਲਣ ਵਾਲੀ ਐ। ਨਮੋ ਨਮੋ ਸਸਪਾਨ ਪ੍ਰਕਾਸ਼ੀ, ਤੂੰ ਹੀ ਸੂਰਜ ਤੇ ਚੰਨ ਨੂੰ ਪ੍ਰਕਾਸ਼ਣ ਵਾਲੀ ਐ। ਤੈਨੂੰ ਮੇਰੀ ਨਮਸਕਾਰ। ਏਦਾਂ ਨਮਸਕਾਰਾਂ ਵੀ ਕਰਦੇ ਆ ਦੇਵੀ ਨੂੰ, ਏਦਾਂ ਅਸ਼ਟਾਂਗ ਡੰਡੋਤਾਂ ਕਰਦੇ ਆ ਭਾਈ ਭਗੀਰਥ ਜੀ। ਨਮੋ ਅਗੰਜਨ ਸਭ ਦੁਖ ਨਾਸ਼ੀ, ਇਹ ਅਗੰਜਨ ਤੈਨੂੰ ਮੇਰੀ ਨਮਸਕਾਰ ਹੈ, ਤੂੰ ਦੁੱਖਾਂ ਨੂੰ ਨਾਸ਼ ਕਰਦੀ ਐ। ਪਰਮ ਰੂਪ ਪ੍ਰਗਿਆ ਕਲਿਆਣੀ, ਤੂੰ ਪਰਮ ਰੂਪ ਨੂੰ ਪ੍ਰਕਾਸ਼ਣੇ ਵਾਲੀ ਹੈ। ਨਮੋ ਮੰਗਲਾ ਪੋਸਾਰ ਸਰਬਾਣੀ, ਇਹ ਮੰਗਲਮਈ ਤੈਨੂੰ ਮੇਰੀ ਨਮਸਕਾਰ ਹੈ। ਨਮੋ ਜੋਗ ਮਾਇਆ ਬਰਦਾਨੀ, ਭਾਈ ਭਗੀਰਥ ਜੀ ਕਹਿੰਦੇ, ਹੈ ਵਰ ਦੇਣ ਵਾਲੀ ਜੋਗ ਮਾਇਆ ਤੈਨੂੰ ਮੇਰੀ ਨਮਸਕਾਰ ਹੈ। ਸਰਬ ਸ਼ਸਤਰ ਰੂਪਾ ਸਭ ਜਾਨੀ, ਤੂੰ ਸਾਰੇ ਸ਼ਸਤਰਾਂ ਨੂੰ ਧਾਰਨ ਕਰਨ ਵਾਲੀ, ਸਾਰੇ ਸ਼ਸਤਰ ਤੇਰਾ ਹੀ ਰੂਪ ਨੇ। ਬਰ ਬੰਡਨ ਭੁਜ ਦੰਡ ਅਖੰਡੀ, ਤੂੰ ਬੜੀ ਬਲਵਾਨ ਹੈ, ਭੁਜ ਦੰਡਿਆਂ ਵਾਲੀ, ਅਖੰਡ ਭੁਜ ਦੰਡਿਆਂ ਵਾਲੀ, ਨਾ ਖੰਡੇ ਜਾਣ ਵਾਲੇ ਤੇਰੀਆਂ ਬਾਹਾਂ ਨੇ। ਨਮੋ ਨਮੋ ਪਗ ਚੰਡ ਪ੍ਰਚੰਡੀ, ਇਹ ਚੰਡੀ ਤੇਰੇ ਚਰਨਾਂ ਤੇ ਮੇਰੀ ਨਮਸਕਾਰ। ਏਦਾਂ ਭਾਈ ਭਗੀਰਥ ਜੀ ਨਾਂ ਲੈ ਕੇ ਮੱਥਾ ਟੇਕਦੇ ਕਾਲਕਾ ਨੂੰ। ਦੋਹਰਾ ਅਸ ਪ੍ਰਕਾਰ ਬੋ ਨਾਮ ਜਪ, ਪੂਜ ਕਾਲ ਕਾ ਮਾਤ। ਇਸ ਤਰ੍ਹਾਂ ਦੇ ਬੇਅੰਤ ਨਾਂ ਲੈ ਕੇ ਭਾਈ ਭਗੀਰਥ ਜੀ ਰੋਜ਼ ਕਾਲਕਾ ਦੀ ਪੂਜਾ ਕਰਦੇ ਆ। ਇਹ ਜਿਹੜੇ ਨਾਂ ਉੱਪਰ ਆਏ ਨੇ ਸਾਰੇ ਭਾਈ ਭਗੀਰਥ ਜੀ ਰੋਜ਼ ਜਪਦੇ ਨੇ ਤੇ ਰੋਜ਼ ਹੀ ਇਹ ਨਾਂ ਲੈ ਕੇ ਕਾਲਕਾ ਦੀ ਪੂਜਾ ਕਰਦੇ ਨੇ। ਹਰਣ ਤਿਮਰ ਅਗਿਆਨ ਕੋ ਚਹਿਤ ਹਿਰਦੇ ਦਿਨ ਰਾਤ, ਦਿਨ ਰਾਤ ਇਹੀ ਚਾਹੁੰਦੇ ਆ ਕਿ ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਨਿਵਰਤ ਹੋ ਜਾਏ ਤੇ ਮੈਂ ਮੁਕਤੀ ਨੂੰ ਪ੍ਰਾਪਤ ਹੋ ਜਾਵਾਂ। ਇਹ ਕਾਂਖਾ ਭਾਈ ਭਗੀਰਥ ਜੀ ਆਪਣੇ ਮਨ 'ਚ ਰੱਖਦੇ ਹਨ। ਜੋ ਪਈ ਏਕ ਦਿਵਸ ਸੁਚ ਸੰਜਮ ਸਾਥਾ, ਇੱਕ ਦਿਨ ਦਾ ਬਚਨ ਹੈ ਕਿ ਭਾਈ ਭਗੀਰਥ ਜੀ ਬੜੀ ਸੁਚਮਤਾ ਦੇ ਸਹਿਤ ਬੰਦੇ ਤਰ ਪਰ ਤਰ ਤਰ ਮਾਥਾ, ਬਾਰ-ਬਾਰ ਜ਼ਮੀਨ ਤੇ ਮੱਥਾ ਟੇਕ ਟੇਕ ਕੇ ਕਾਲਕਾ ਨੂੰ ਆਰਾਧ ਰਹੇ ਸਨ। ਸੇਵਾ ਕਰਤਿਓ ਬਾਸੁਰ ਬੀਤਾ, ਸਾਰਾ ਦਿਨ ਇਸੇ ਤਰ੍ਹਾਂ ਸੇਵਾ ਕਰਦਿਆਂ ਬੀਤ ਗਿਆ, ਨਾਮ ਜਪਦਿਆਂ ਕਾਲਕਾ ਦੇ। ਤਦਪਤ ਨ ਤਜੇ ਬਦੀ ਚਿਤ ਪ੍ਰੀਤਾ, ਮਨ 'ਚ ਇਹੋ ਜਿਹਾ ਪ੍ਰੇਮ ਵਧਿਆ ਕਿ ਦਿਨ ਬੀਤ ਗਿਆ ਫਿਰ ਵੀ ਸਾਰਾ ਦਿਨ ਭਜਨ ਕਰਦਿਆਂ ਲੰਘਣ ਤੋਂ ਬਾਅਦ ਵੀ
ਰਾਤ ਨੂੰ ਵੀ ਫਿਰ ਭਾਈ ਭਗੀਰਥ ਜੀ ਭਜਨ ਕਰਨ ਲੱਗੇ ਕਾਲਕਾ ਦਾ। ਰਿਓ ਕਾਲਕਾ ਮੰਦਰ ਮਾਈ, ਤੇ ਜਿਹੜਾ ਇਹਨਾਂ ਮੰਦਰ ਬਣਾਇਆ ਸੀ ਕਾਲਕਾ ਦਾ, ਉਹਦੇ ਵਿੱਚ ਹੀ ਰਹਿ ਗਏ। ਦਿਨੇ ਵੀ ਸਾਰਾ ਦਿਨ ਬੈਠੇ ਰਹੇ, ਰਾਤ ਵੀ ਉੱਥੇ ਹੀ ਬੈਠੇ ਰਹੇ। ਸਦਨ ਨ ਗਮਨਿਓ ਅਤ ਚਿਤ ਚਾਈ, ਮੰਦਰ ਦੇ ਵਿੱਚ ਹੀ ਰਾਤ ਬੈਠੇ ਕਾਲਕਾ ਨੂੰ ਆਰਾਧਦੇ ਰਹੇ ਤੇ ਘਰ ਨਹੀਂ ਗਏ। ਅਰਧ ਨਿਸਾ ਬੀਤੀ ਅਲਸਾਵਾ, ਜਦੋਂ ਅੱਧੀ ਕੁ ਰਾਤ ਬੀਤੀ ਤੇ ਭਾਈ ਭਗੀਰਥ ਨੂੰ ਨੀਂਦ ਆਈ। ਤਬੇ ਚੰਡਿਕਾ ਸੁਪਨ ਦਿਖਾਵਾ, ਜਦੋਂ ਅੱਖਾਂ ਬੰਦ ਹੋਈਆਂ ਤੇ ਚੰਡਕਾ ਨੇ ਦਰਸ਼ਨ ਦਿੱਤੇ ਭਾਈ ਭਗੀਰਥ ਨੂੰ। ਕਾਲਕਾ ਨੇ ਆਪਣੇ ਦਰਸ਼ਨ ਵਿਖਾਏ। ਪਉ ਸੁਮਤੇ ਜੋ ਮਨੋਰਥ ਤੋਰਾ, ਚੰਡਕਾ ਨੇ ਦਰਸ਼ਨ ਦੇ ਕੇ ਆਖਿਆ, ਹੇ ਭਗੀਰਥ ਦੱਸ ਤੇਰਾ ਕੀ ਮਨੋਰਥ ਹੈ। ਹੋਏ ਸਪੂਰਨ ਏ ਬਰ ਮੋਰਾ, ਮੇਰਾ ਇਹ ਵਰ ਹੈ, ਜੋ ਤੂੰ ਮੰਗੇਗਾ ਤੇਰਾ ਵਰ ਤੈਨੂੰ ਪ੍ਰਾਪਤ ਹੋਵੇਗਾ। ਨਿਜ ਸਰੂਪ ਕੋ ਲਖ ਹੈ ਗਿਆਨਾ, ਤੈਨੂੰ ਆਪਣੇ ਨਿਜ ਸਰੂਪ ਦੇ ਗਿਆਨ ਦੀ ਇੱਛਾ ਹੈ। ਪ੍ਰਾਪਤ ਹੋਏ ਅਪਵਰਗ ਮਹਾਨਾ, ਦੱਸ ਕੀ ਇੱਛਾ ਹੈ। ਤੇ ਭਾਈ ਭਗੀਰਥ ਨੇ ਬੇਨਤੀ ਕੀਤੀ, ਹੈ ਚੰਡਕਾ ਮੈਨੂੰ ਗਿਆਨ ਤੇ ਮੋਕਸ਼ ਦੀ ਦਾਤ ਚਾਹੀਦੀ ਹੈ। ਮੈਂ ਗਿਆਨਵਾਨ ਹੋ ਜਾਵਾਂ ਔਰ ਮੈਨੂੰ ਅਪਵਰਗ ਹੈ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਵੇ। ਪਰਾ ਲਬਦ ਹੈ ਤਨ ਕੀ ਜੋਲੋ, ਤੋ ਦੇਵੀ ਨੇ ਅੱਗੋਂ ਚੰਡਕਾ ਨੇ ਜਵਾਬ ਦਿੱਤਾ, ਭਗੀਰਥ ਤੈਨੂੰ ਜੇ ਮੁਕਤੀ ਚਾਹੀਦੀ ਹੈ, ਤੈਨੂੰ ਜੇ ਗਿਆਨ ਚਾਹੀਦਾ ਹੈ, ਤਾਂ ਤੇਰੇ ਸਰੀਰ ਦੀ ਜਿਤਨੀ ਵੀ ਪਰਾਲਬਧ ਹੈ, ਯਾਨੀ ਕਿ ਆਪਣੇ ਅੰਤਲੇ ਸਾਹ ਤੱਕ, ਸੇਵੋ ਸ਼੍ਰੀ ਨਾਨਕ ਭਗਤੋ ਲੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਾ ਕੇ ਸੇਵਾ ਕਰ। ਉਹਨਾਂ ਦੀ ਸੇਵਾ ਕੀਤਿਆਂ ਤੈਨੂੰ ਗਿਆਨ ਵੀ ਪ੍ਰਾਪਤ ਹੋਵੇਗਾ ਔਰ ਮੁਕਤੀ ਵੀ ਪ੍ਰਾਪਤ ਹੋਵੇਗੀ। ਸਤਿ ਸ੍ਰੀ ਅਕਾਲ। ਗੁਰਬਾਣੀ ਦਾ ਮਹਾਵਾਕ ਹੈ, ਤੁਮ ਕਹੀਤ ਹੋ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਆਖਿਆ ਜੇ ਮੁਕਤੀ ਲੈਣੀ ਹੈ, ਜੇ ਗਿਆਨ ਲੈਣਾ ਭਾਈ ਭਗੀਰਥ, ਆ ਆਪਣੇ ਨੇੜੇ ਸੁਲਤਾਨਪੁਰ ਸਾਹਿਬ ਨਗਰ ਹੈ, ਉੱਥੇ ਦੀਨ ਦੁਨੀਆ ਦੇ ਮਾਲਕ, ਕਰੋੜਾਂ ਬ੍ਰਹਮੰਡਾਂ ਦੇ ਠਾਕੁਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਮੋਦੀ ਖਾਨੇ 'ਚ ਬੈਠੇ ਇੱਕ ਆਮ ਸਧਾਰਨ ਜੇ ਵਿਅਕਤੀ ਬਣ ਕੇ 13 ਤੋਲ ਰਹੇ ਨੇ। ਉਹਨਾਂ ਦੀ ਸ਼ਰਨ ਜਾ ਕੇ ਜਦੋਂ ਤੱਕ ਤੇਰੇ ਸਵਾਸ ਨੇ ਉਹਨਾਂ ਦੀ ਸੇਵਾ ਕਰ। ਔਰ ਸੁਲਤਾਨੀ ਕੀਨ ਦੁਕਾਨਾ, ਉਹਨਾਂ ਨੇ ਆਪ ਆ ਕੇ ਨਿਰੰਕਾਰ ਜੀ ਨੇ ਸੁਲਤਾਨਪੁਰ ਸਾਹਿਬ ਦੁਕਾਨ ਕੀਤੀ ਹੋਈ ਹੈ। ਦੁਰਿਓ ਰਹਿਤ ਹੈ ਜਾਏ ਨਾ ਜਾਣਾ, ਉਹ ਛਿਪ ਕੇ ਰਹਿੰਦੇ ਆ, ਜਾਣੇ ਨਹੀਂ ਜਾਂਦੇ। ਸ਼੍ਰੀ ਕਰਤਾਰ ਰੂਪੇ ਅਵਤਾਰਾ, ਉਹ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਨੇ, ਅਕਾਲ ਪੁਰਖ ਦਾ ਪ੍ਰਤੱਖ ਰੂਪ ਹਨ। ਕਲ ਨਰ ਤਾਰਨ ਕੋ ਤਨ ਤਾਰਾ, ਕਲਯੁਗ ਦੇ ਨਰਾਂ ਨੂੰ ਤਾਰਨ ਵਾਸਤੇ ਉਹਨਾਂ ਮਨੁੱਖੀ ਜਾਮਾ ਧਾਰਨ ਕੀਤਾ ਹੈ। ਤਰ ਸ਼ਰਦਾ ਦਰਸ਼ੋ ਦੁਖ ਦਾਹੂ, ਸ਼ਰਧਾ ਧਾਰਨ ਕਰਕੇ ਜਾ ਕੇ ਉਹਨਾਂ ਦੇ ਦਰਸ਼ਨ ਕਰ, ਤੇਰੇ ਦੁੱਖਾਂ ਦਾ ਨਾਸ ਹੋਵੇਗਾ। ਜਗ ਜੀਵਨ ਕੋ ਲੇਹੋ ਲਾਹੂ, ਔਰ ਆਪਣੇ ਇਸ ਜਗਤ ਦੇ ਜੀਵਨ ਦਾ ਲਾਹਾ ਪ੍ਰਾਪਤ ਕਰੋ। ਕਿਤੇ ਮਾਤਰ ਮੈਂ ਖੁੱਲੇ ਬਿਲੋਚਨ, ਇਹ ਸੁਣਦਿਆਂ ਸਾਰ ਭਾਈ ਭਗੀਰਥ ਜੀ ਦੀਆਂ ਅੱਖਾਂ ਖੁੱਲੀਆਂ। ਲਖ ਸੁਪਨੇ ਕੋ ਕਰਬੋ ਸੋਚਨ, ਸੁਪਨਾ ਵੇਖ ਕੇ ਫਿਰ ਸੋਚਣ ਲੱਗੇ। ਔਰ ਹੋਤ ਲੋ ਦਿੜ ਬੈਰਾਗਾ, ਸਵੇਰ ਹੁੰਦਿਆਂ ਤਾਈਂ ਦਿਨ ਚੜ੍ਹਦਿਆਂ ਤਾਈਂ ਮਨ ਚ ਬੈਰਾਗ ਪੱਕ ਗਿਆ। ਪਇਓ ਹਿਰਦੇ ਨਿਜ ਕੁਟੰਬ ਤੇ ਆਗਾ, ਉਸੇ ਵਕਤ ਐਸਾ ਬੈਰਾਗ ਜਾਗਿਆ ਕਿ ਲੋ ਚੜ੍ਹਦਿਆਂ ਸਾਰ ਘਰ ਨਹੀਂ ਗਏ, ਮੰਦਰ ਦੇ ਵਿੱਚੋਂ ਉੱਠਦਿਆਂ ਸਾਰ ਦਿਨ ਚੜ੍ਹਦਿਆਂ ਸੁਲਤਾਨਪੁਰ ਸਾਹਿਬ ਨੂੰ ਚੱਲ ਪਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਏ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਬੇਤ। ਹੇ ਅਪਰੰਪਰ ਹਰ ਹਰੇ, ਐ ਪੀਓ ਅਣਿਆਰੇ। ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋਈ ਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤੇ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 दंडोत बंदन अनेक बार सर्व कला समरथ डोलन ते राखो प्रभु नानक दे कर हथ डोलन ते राखो राखो प्रभु नानक दे कर हथ तान दीवान तू है मेरे स्वामी मैं तुद आगे अरदास मैं होर थाऊ नाही जिस पै करूं बिनंती मेरा दुख सुख तुझ ही पास मेरा दुख सुख तुझ ही पास तुझ ही पास गुरु गरीब निवास तन तन श्री गुरु तेग बहादुर साहिब जीओ तन तन श्री